आद निरंजन है गुरु नानक तारक मूरत जग आयो। लोक सुनियो पर लोक सुनियो विद लोक सुनियो सब दर्शन पायो। संगत पारे उतारन को गुरु नानक साहिब पंथ चलायो। वाहे गुरु गुरु नानक साहिब तारक मूरत है जग आयो। गुरु नानक सुख सिंध को हाथ जोर प्रणाम। जास कर पाते बड़ अगे पावै गत विश्राम। सिकता करते मेर किए मेरों ते कन कीन। श्री गोबिंद सिंह नवै मम कैवल दानी दीन। पूर्ण देखो आत्मा द्वैत सर्व निवार। पए शांत मन संत जे तिन पग नमो हमार। होवै सिफत समाधि नूर अरसों कुरसों चटिया। तुद डिठे सच्चे पातशाह मर जन्म जन्म दी कटिया। सतनाम श्री वाहिगुरु साहिब जी चौपई। ਇਹ ਬਿਦ ਮਚਾ ਘੋਰ ਸੰਗਰਾਮਾ। ਸਿੱਧੇ ਸੂਰ ਸੂਰ ਕੇ ਧਾਮਾ। ਕਹਾ ਲੱਗੈ ਵਹ ਕਥੋਂ ਲੜਾਈ। ਆਪਨ ਪ੍ਰਭਾ ਨ ਬਰਨੀ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗੀ ਗੁਰੂ ਖਾਲਸਾ ਜੀ, ਸਾਰੇ ਭੈਣ ਭਾਈ ਸੰਗਤ ਦੇ ਰੂਪ ਵਿੱਚ ਗੁਰੂ ਕੇ ਦਰਬਾਰ ਵਿੱਚ ਆਪਾਂ ਸੁਸ਼ੋਭਿਤ ਹਾਂ। ਬਿਨਾਂ ਪ੍ਰਯੋਜਨ ਮੰਦੋ ਪੀਨਾ ਪਰਵਿਰਤ ਤੇ। ਬਿਨਾਂ ਮਤਲਬ ਤੋਂ ਕੋਈ ਇੱਕ ਕਦਮ ਨਹੀਂ ਚੱਕਦਾ ਹੈ। ਆਪਾਂ ਗੁਰੂ ਦਰਬਾਰ ਵਿੱਚ ਕਿਸ ਪ੍ਰਯੋਜਨ ਵਾਸਤੇ ਇਕੱਠੇ ਹੋਏ ਹਾਂ। ਸਾਰਿਆਂ ਦੀਆਂ ਵਾਸ਼ਨਾ ਵੱਖ ਵੱਖ ਹਨ, ਲੇਕਿਨ ਇੱਕ ਵਿਸ਼ੇਸ਼ ਕਰਕੇ ਇੱਛਾ ਹੈ। ਕੋਈ ਐਸਾ ਵਿਅਕਤੀ ਨਹੀਂ ਜਿਹੜਾ ਸੁੱਖ ਨਹੀਂ ਚਾਹੁੰਦਾ ਹੈ। ਜਿੰਨੇ ਅਗਿਆਨ ਜਨ ਦੁੱਖ ਪੈਦਾ ਹੁੰਦੇ, ਸਾਰਿਆਂ ਤੋਂ ਬਚਣ ਵਾਸਤੇ ਆਪਾਂ ਉਹਦੇ ਕੋਲ ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ। ਦੁੱਖ ਉਹਦੇ ਕੋਲੇ ਰੋਈਏ ਜਿਹਦੇ ਕੋਲੇ ਸੁੱਖ ਰੱਖਿਆ ਹੋਇਆ। ਸੋ ਸੁੱਖ ਕਿੱਥੇ ਆ ਖਾਲਸਾ ਜੀ? ਜਿਨ੍ਹਾਂ ਸਤਿਗੁਰਾਂ ਦੇ ਅਵਤਾਰ ਦੀ ਖੁਸ਼ੀ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ। ਐਸੇ ਸਤਿਗੁਰੂ ਜੀ ਤੋਂ ਬਿਨਾਂ ਸਾਨੂੰ ਕਿਸੇ ਸੁੱਖ ਨਹੀਂ ਦੇਣਾ ਹੈ। ਸੁੱਖ ਦੀ ਇੱਛਾ ਤੋਂ ਬਿਨਾਂ ਕੋਈ ਵੀ ਨਹੀਂ ਹੈ ਆਪਣੇ ਵਿੱਚੋਂ। ਸੋ ਪ੍ਰੇਮੀਓ, ਸੁੱਖ ਦੀਆਂ ਵੈਰਾਈਟੀਆਂ ਦੋ ਹਨ, ਭੋਗੰ ਤਾਂ ਰੋਗੰ। ਜਿੰਨੇ ਭੋਗ ਪਦਾਰਥ ਨੇ ਇਹ ਵੀ ਸੁੱਖ ਆਪਾਂ ਅਨੁਭਵ ਕਰਦੇ ਹਾਂ, ਲੇਕਿਨ ਇਉਂ ਨਹੀਂ ਪਤਾ ਇਹ ਪਦਾਰਥਾਂ ਤੋਂ ਬਾਅਦ ਸਾਨੂੰ ਆ ਕੇ ਦੁੱਖ ਚਿੰਬੜ ਜਾਂਦਾ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਰਹੀਐ। ਜੋ ਗੁਰੂ ਦੀ ਉਪਾਸਨਾ ਦਾ, ਸਤਿਗੁਰਾਂ ਦੇ ਧਿਆਨ ਪ੍ਰੈਣ ਹੋਣ ਤੋਂ ਪ੍ਰਾਪਤ ਜੋ ਸੁਖ ਮਿਲੇਗਾ, ਉਹ ਕਿਤੇ ਪਿੱਛੇ ਵੀ ਸੁਖ ਨਾ ਭਾਲਿਓ ਖਾਲਸਾ ਜੀ। ਦੁਨੀਆ ਕਹਿੰਦੀ ਆ ਫਲਾਣਾ ਨਾਸਤਕ ਹੈ, ਉਹਨੂੰ ਪੁੱਛੋ ਤੂੰ ਸੁੱਖ ਚਾਹੁੰਦਾ? ਕਹਿੰਦਾ ਤੇਰੇ ਨਾਲ ਚੌਗਣਾ ਚਾਹੁੰਦਾ। ਇਸ ਕਰਕੇ ਖਾਲਸਾ ਜੀ ਅੱਜ ਮਹਾਰਾਜ ਜੀ ਦਾ ਗੁਰਪੁਰਬ ਆਗਮਨ ਦਾ ਹੈ, ਲੇਕਿਨ ਗੁਰਬਾਣੀ ਦੀ ਗਵਾਹੀ ਕੀ ਹੈ? ਸਤਿਗੁਰ ਮੇਰਾ ਨਿਤ ਨਵਾਂ ਨਾ ਆਵੇ ਨਾ ਜਾਏ। ਉਹ ਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਫਿਰ ਆਪਾਂ ਕਿਹੜਾ ਗੁਰਪੁਰਬ ਮਨਾ ਰਹੇ ਬਈ? ਗੁਰਬਾਣੀ ਤਾਂ ਕਹਿੰਦੀ ਹੈ ਆਪਾਂ ਗੁਰਬਾਣੀ ਦੇ ਅਨੁਸਾਰ ਚੱਲਣਾ ਕਿ ਮਨ ਕੀ ਮਤ ਤਿਆਗੋ ਜਨ ਇਹ ਹਰ ਜਨ ਇਹ ਬਾਤ ਕਟੈਨੀ। ਮਨ ਦੀ ਮਤ ਤਿਆਗਣੀ ਬਹੁਤ ਹੀ ਔਖੀ ਹੈ। ਇਸੇ ਕਰਕੇ ਮਨ ਦੀ ਮਤ ਜਿੰਨਾ ਚਿਰ ਆਪਣੇ ਪਾਸ ਹੈ ਆਪਾਂ ਕਦੇ ਇਕੱਠੇ ਹੋ ਕੇ ਨਹੀਂ ਬੈਠਾਂਗੇ। ਜਦੋਂ ਗੁਰਮਤਿ ਦੇ ਧਾਰਨੀ ਹੋਵਾਂਗੇ, ਬਾਲ ਬਰੀਕ ਜਿੰਨਾ ਵੀ ਆਪਣਾ ਫਰਕ ਨਹੀਂ ਰਹਾਂਗਾ। ਹੋਏ ਇਕੱਤਰ ਮਿਲੋ ਮੇਰੇ ਭਾਈ
दुविधा दूर करो लिवलाए, हर नामे के होवो जोरी, गुरमुख बैसो सफा बिछाए। सच्चे पातशाह खालसा जी साडा सिद्धांत अद्वैत है। नाल ही गुरबाणी तो बिना सानू किवें बोध होवेगा। जिन्ने आपां भैण भाई बैठे हाँ, कोई बिरला ही होऊ जिन्हें कदे जपजी साहब नहीं पढ़िया है। एका माई जुगत विआई तन चेले परवान, एक संसारी एक भंडारी एक लाए दीवान। एक माया है ਉਹਦਾ ਜਦੋਂ ਭਗਵਾਨ ਪਰਮੇਸ਼ਰ ਨਾਲ ਕਲਪਤਾਦ में ਸੰਬੰਧ ਹੋਇਆ ਹੈ, ਵਾਸਤਵ ਵਿੱਚ ਨਹੀਂ ਤਾਂ ਆਪਾਂ ਪਰਮੇਸ਼ਰ ਨੂੰ ਵੀ ਵਿਕਾਰੀ ਕਹਿ ਦਿਆਂਗੇ। ਕਲਪਤਾਦ में ਸੰਬੰਧ ਹੋਣੇ ਕਰਕੇ ਯੁਗਤ ਵਿਆਹੀ ਜਦੋਂ ਜੁੜੀ ਉਸ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਉਸ ਵੇਲੇ ਖਾਲਸਾ ਜੀ ਤਿਰਗੁਣ ਰੂਪਾ ਸ੍ਰਿਸ਼ਟੀ ਪੈਦਾ ਹੋ ਗਈ। ਆ ਜਿਹੜੀ ਸ੍ਰਿਸ਼ਟੀ ਦਾ ਪਸਾਰਾ ਹੈ, ਕੌਣ ਦੱਸੂ ਗੁਰੂ ਤੋਂ ਬਿਨਾਂ ਗੁਰਸਿੱਖ ਹੋਏ, ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ। संख मूर्खंद कोर संख चोर हराम खोर, कि ये सृष्टि नहीं है, ये तमो गुणियां दी सृष्टि है। संख जप संख भाव संख पूजा संख तपताओ, ये सतो गुणियां दी सृष्टि है खालसा जी। ये वाहिगुरू ने रचना रची है, इस करके खालसे दे अंदर कदे द्वेष नहीं है। वाहिगुरू दी रचना है भाई। सो खालसा जी ਇੱਥੇ ਉਹ ਅਮੋਲਕ ਸਿੱਖਿਆ ਪ੍ਰਾਪਤ ਹੁੰਦੀ ਦੁਨੀਆ ਦੇ ਤਖਤੇ ਤੇ ਕਿਤੇ ਨਹੀਂ ਹਨ। ਆ ਮਾਨਸ ਦੇ ਹੀ ਪ੍ਰਾਪਤ ਕਰਕੇ ਦੋ ਮਾਰਗ ਨੇ ਖਾਲਸਾ ਜੀ। ਇੱਕ ਤਾਂ ਵਿਵਹਾਰਕ ਮਾਰਗ ਹੈ, ਕੋਈ ਖੇਤੀ ਕਰਦਾ ਹੈ, ਕੋਈ ਦੁਕਾਨ ਕਰਦਾ ਹੈ, ਕੋਈ ਨੌਕਰੀ ਕਰਦਾ ਹੈ। ਲੇਕਿਨ ਆ ਜਿਹੜਾ ਮਾਰਗ ਆਪਾਂ ਚੱਲਦੇ ਹਾਂ, ਗੁਰੂ ਕੀ ਸਿੱਖੀ ਧਾਰਨ ਕਰਨੀ, ਬਾਣੀ ਪੜ੍ਹਨੀ, ਰਹਿਤ ਵਹਿਤ ਰੱਖਣੀ, ਖਾਲਸੇ ਨੇ ਇਹ ਜਿਹੜੀ ਮਾਰਗ ਹੈ ਧਾਰਨ ਪਰਮਾਰਥ ਦਾ ਰਸਤਾ, ਇਹ ਕੀ ਪ੍ਰਯੋਜਨ ਹੈ ਆਪਣਾ ਖਾਲਸਾ ਜੀ। ਭਾਵੇਂ ਆਪਾਂ ਬਹੁਤੇ ਸਕਾਮੀ ਹਾਂ, ਕੋਈ ਕਹਿੰਦਾ ਦੁੱਧ ਦਿਓ, ਕੋਈ ਕਹਿੰਦਾ ਪੁੱਤ ਦਿਓ, ਕੋਈ ਕਹਿੰਦਾ ਕੋਈ ਸਾਰੇ, ਲੇਕਿਨ ਸਕਾਮੀਆਂ ਦੀ ਸ੍ਰਿਸ਼ਟੀ ਬਹੁਤ ਹੈ, ਨਸਕਾਮੀਆਂ ਦੀ ਬਹੁਤ ਆਪਣੇ 'ਚੋਂ ਘੱਟ ਹੈ। ਤੁਧ ਬਿਨ ਹੋਰ ਕਿਆ ਮੰਗਣਾ, ਸਿਰ ਦੁੱਖਾਂ ਦੇ ਦੁੱਖ दे नाम संतोखिया उतरे मन की भुख। क्या मांगो कि सिर ना रहाई, हर दीजे नाम प्यारी जियो। ऐस बिरती वाले भी गुरसिख है कि नहीं खालसा जी। बदल बरखा करता है, जिस वेले बरखा होंदी है सारे बड़े प्रसन्नता धारते हैं। आ देखियो किते वेले बबीहे की आवाज़ सुनिया, प्रियो 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 प्यो करता है। वो क्यों, ਉਹਨੂੰ ਸਵੰਤੀ ਬੂੰਦ ਦੀ ਲੋੜ ਹੈ, ਉਹਨੂੰ ਆ ਦੂਜੀ ਵਰਖਾ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਖਾਲਸਾ ਜੀ ਆਪਾਂ ਪਦਾਰਥਾਂ ਦੇ ਇੱਛੁਕ ਸਾਰੇ ਹਾਂ, ਆਪਣੇ ਵਿੱਚੋਂ ਉਹ ਬਵੀਹੇ ਗੁਰਮੁਖ ਨੇ ਜਿਹੜੇ ਕਹਿਣਾ ਮਾਰਨ ਉਹਨੂੰ ਨਾਮ ਦੀ ਸਵੰਤੀ ਬੂੰਦ ਦੇ ਦਿਓ, ਹੋਰ ਪਦਾਰਥਾਂ ਦਾ ਪਾਣੀ ਦੀ ਲੋੜ ਨਹੀਂ ਹੈ। ਸੋ ਸਾਧ ਸੰਗਤ ਜੀ, ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਬੇਦੀ ਬੰਸ ਦੇ ਅੰਦਰ ਪ੍ਰਗਟ ਹੋਏ, ਇਹ ਕਲਗੀਧਰ ਪਾਤਸ਼ਾਹ ਨੇ ਆਪ ਰਸਨਾ ਤੋਂ ਬਾਣੀ ਉਚਾਰਨ ਕੀਤੀ ਹੈ। ਇੱਥੇ ਆਪਾਂ ਬੈਠ ਕੇ ਜੇ ਗੁਰੂ ਕੀ ਬਾਣੀ ਦਾ ਆਸਰਾ ਲੈ ਕੇ ਹੀ ਨਾ ਆਪਾਂ ਵਿਚਾਰ ਕਰੀਏ, ਸਾਰਿਆਂ ਨੂੰ ਹੀ ਸਵੀਕਾਰ ਹੈ, ਸਭ ਨੂੰ ਪਰਿਵਾਰ ਹੈ। ਜੇ ਇੱਥੇ ਬੈਠ ਕੇ ਕੋਈ ਚਤਰਾਈ ਦੇ ਬਚਨ ਕਰੇ, ਉਹ ਸੱਚਾਂ ਜੀ ਪ੍ਰਵਾਨ ਨਹੀਂ ਹਨ। ਸੋ ਪ੍ਰੇਮੀਓ, ਆਓ ਬਿਰਤੀ ਨੂੰ ਖਾਗਰ ਕਰੀਏ। ਜਿਸ ਪ੍ਰਕਾਰ ਸਤਜੁਗ ਤੈ ਮਾਣਿਓ, ਛਲਿਓ ਬਲ ਬਾਬਨ ਭਾਇਓ, त्रेते ता माणियो, राम राम वंश कहायो, द्वापर कृष्ण मरार कंस कृतार्थ कियो, उग्र सैन को राज भय भगता जन दियो। कलयुग पड़मान नानक गुर अंगद अमर कहायो। कलयुग का समा आया, वो निरंकार ने खालसा जी गुरु नानक अनकंग न बिदते जसमन सा नानका, अनक रहत परमात्मा जोई, जिहदे च अनेक पुणा नहीं है, एक स्वरूप हन। ऐसे सत्संग जी गुरु नानक देव जी दे ਆਪਾਂ ਕਹਿੰਦੇ ਵੀ ਅਵਤਾਰ ਧਾਰਿਆ। ਆਓ ਭਾਈ ਮਹਾਰਾਜ ਆਸਰਾ ਲਈਏ। ਜੇ ਮਹਾਰਾਜ ਅਵਤਾਰ ਨਾ ਧਾਰਦੇ, ਹਨੇਰ ਛਾ ਜਾਂਦਾ ਖਾਲਸਾ ਜੀ। ਇਹ ਸਮਝ ਮਹਾਰਾਜ ਜੀ ਨੇ ਸਤਿਯੁਗ ਵਰਤਾਇਆ ਹੈ ਕਲਯੁਗ ਦੇ ਅੰਦਰ, ਐਡਾ ਵੱਡਾ ਪਰਉਪਕਾਰ ਹੈ। ਹਮੇਸ਼ਾ ਵਾਸਤੇ ਹਰ ਜਿਉ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਕੋਈ ਬੰਦਾ ਹਉਮੈ ਤੇ ਹੰਕਾਰ ਤੋਂ ਬਿਨਾਂ ਨਹੀਂ ਹੈ। ਜਿਹੜਾ ਆਪਣੇ ਆਪ ਨੂੰ ਸਮਝ ਰਿਹਾ ਮੈਂ ਕਰਜਾਈ ਹਾਂ, ਉਹਦੇ ਅੰਦਰ ਕੋਲੇ ਹੰਕਾਰ ਨਹੀਂ ਆਵੇਗਾ।
ਕੋ ਖਾਲਸਾ ਜੀ ਆਪਾਂ ਸਦਾ ਹੀ ਗੁਰੂ ਕੇ ਰਿਣੀ ਹਾਂ। ਐਡਾ ਪਰਉਪਕਾਰ ਕਿਸੇ ਨੇ ਕਰਨਾ ਨਹੀਂ ਹੈ ਸੰਸਾਰ ਦੇ ਅੰਦਰ। ਖਾਲਸਾ ਕਿਸੇ ਧਰਮ ਦਾ ਵਿਰੋਧੀ ਨਹੀਂ, ਅਸੀਂ ਪਖੰਡ ਦੇ ਵਿਰੋਧੀ ਹਾਂ, ਜ਼ੁਲਮ ਦੇ ਵਿਰੋਧੀ ਹਾਂ। ਨਹੀਂ, ਜਿੰਨੇ ਦੁਨੀਆ ਦੇ ਧਰਮ ਨੇ ਉਹਨਾਂ ਨਾਲ ਸਾਡਾ ਸੰਬੰਧ ਹੈ ਤੇ ਉਹਨਾਂ ਦਾ ਸਾਡੇ ਨਾਲ ਸੰਬੰਧ ਹੈ। ਲੇਕਿਨ ਖਾਲਸਾ ਆਪਣੇ ਧਰਮ ਵਿੱਚ ਪਰਪੱਕ ਵੀ ਹੈ ਔਰ ਦੂਸਰਿਆਂ ਦਾ ਭਲਾ ਵੀ ਲੋਚਦਾ ਹੈ। ਸੋ ਪ੍ਰੇਮੀਓ, ਜਿਸ ਪ੍ਰਕਾਰ ਤ੍ਰੇਤਾ ਯੁੱਗ ਆਇਆ, ਕੌਣ ਭੁੱਲਿਆ ਹੋਇਆ ਖਾਲਸਾ ਜੀ। ਆ ਪੰਜਾਬ ਦੀ ਭੂਮੀ ਦੇ ਅੰਦਰ ਆਪ ਜੀ ਨੇ ਸਾਧ ਸੰਗਤ ਜੀ ਰਾਮਚੰਦਰ ਜੀ ਦੇ ਚਰਨ ਪਾਏ। ਲਹੂ ਕੁਛ ਹੋਣਾ ਨੇ ਲਾਹੌਰ ਤੇ ਕੁਛ ਸ਼ਹਿਰ ਬੰਨੇ ਨਹੀਂ ਹਨ। ਕੀ ਪ੍ਰੂਫ ਹੈ? ਇਹ 10ਵੇਂ ਪਾਤਸ਼ਾਹ ਦੀ ਰਚਨਾ ਦਾ ਕਹਿੰਦੀ ਹੈ ਵੀ ਇਹ ਦੋਨੋਂ ਸ਼ਹਿਰ ਉਹਨਾਂ ਨੇ ਬਣਾਏ ਹਨ। ਲੇਕਿਨ ਰਾਜ ਕਰਦੇ ਆਏ, ਸਦਾ ਇੱਕੋ ਜਿਹਾ ਸਮਾਂ ਨਹੀਂ ਹੁੰਦਾ। ਆਪਸ ਜੀ ਲੜ ਪਏ ਖਾਲਸਾ ਜੀ। ਐਸੀ ਲੜਾਈ ਹੋਈ, 10ਵੇਂ ਪਾਤਸ਼ਾਹ ਬੇਪਰਵਾਹ ਹਨ। ਜੰਗ ਦਾ ਐਸਾ ਵਰਣਨ ਕੀਤਾ, ਸਾਰੇ ਗੁਰਸਿੱਖਾਂ ਦੇ ਅੰਦਰ ਵੀਰ ਰਸ ਜਗਾ ਕੇ ਰੱਖ ਦਿੱਤਾ ਕਿ ਖਾਲਸਾ ਜ਼ੁਲਮ ਦਾ ਨਾਸ਼ ਕਰੇਗਾ। ਸੋ ਸਤ ਸੰਗਤ ਜੀ, ਜਿਸ ਪ੍ਰਕਾਰ ਬੇਦੀ ਵੰਸ਼ ਪ੍ਰਗਟ ਹੋਈ ਹੈ, ਇਹ ਆਪਾਂ ਪਹਿਲਾਂ ਵਿਚਾਰੀਏ, ਫਿਰ ਗੁਰੂ ਸਾਹਿਬ ਦੇ ਨਾਲ ਨਾਲ ਹੀ ਸਤ ਸੰਗਤ ਜੀ ਜਸ ਨੂੰ ਗਾਵਾਂਗੇ। ਨਾਲ ਹੀ ਗੁਰਸਿੱਖੋ, ਆ ਸੰਗਤ ਕੌਣ ਹੈ? ਵੀ ਸੰਗਤ ਹਰ ਪਾ ਵਸੇ ਜੀਓ। ਆ ਜਿਹੜੀ ਸੰਗਤ ਹੈ, ਇਹਦੇ 'ਚ ਪਰਮੇਸ਼ਰ ਸਾਖਿਆਤ ਹੈ। ਮਤਾ ਕੋਈ ਵਕਤਾ ਕਹੇ ਕਿ ਮੈਂ ਇਹਨਾਂ ਨੂੰ ਉਪਦੇਸ਼ ਦੇ, ਤਿਨਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ। ਤੁਹਾਡੇ ਸਾਰਿਆਂ ਦੇ ਗੁਰੂ ਨਾਨਕ ਦੇਵ ਜੀ ਗੁਰੂ ਨਹੀਂ ਹਨ। ਕੌਣ ਜੰਮਿਆ ਸੰਸਾਰ ਦੇ ਅੰਦਰ ਤੁਹਾਨੂੰ ਉਪਦੇਸ਼ ਦੇਣ ਵਾਲਾ? ਇਸ ਕਰਕੇ ਖਾਲਸਾ ਜੀ, ਆਪ ਸਾਰੇ ਸੰਗਤਾਂ ਦੇ ਚਰਨਾਂ ਦੇ ਆਸਰੇ ਮੈਨੂੰ ਹੁਕਮ ਕੀਤਾ ਹੈ ਕਿ ਕੋ ਬੋਲੋ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਹੀ ਰਵ। ਬੋਲਣ ਸੋ ਬੋਲ ਹਮੇਸ਼ਾ ਵਾਸਤੇ ਬੜੇ ਦੁਨੀਆ ਦੇ ਬੋਲ ਬੋਲਦੇ ਹੈ, ਬੇਅੰਤ ਹੋਰ ਬਾਤਾਂ ਦੀ ਘਟ ਨਹੀਂ। ਲੇਕਿਨ ਸੰਤਨ ਸੇ ਬੋਲੇ ਪਰਉਪਕਾਰੀ। ਜਿਹੜਾ ਬੋਲਣਾ ਹੈ ਪਰਉਪਕਾਰ ਵਾਸਤੇ ਬੋਲੋ। ਆਓ ਸਤ ਸੰਗਤ ਜੀ ਕਥਾ ਸੁਣੋ। ਕਿਉ ਪਈ ਇਹ ਬਿਦ ਮਚਾ ਘੋਰ ਸੰਗਰਾਮਾ। ਬੜਾ ਭਾਰੀ ਖਾਲਸਾ ਜੀ ਜੰਗ ਮਚਿਆ ਲਾਹੌਰ ਦੇ ਬਾਦਸ਼ਾਹ ਦਾ ਤੇ ਨਾਲ ਹੀ ਕਸੂਰ ਵਾਲੇ ਦਾ। ਸਿੱਧੇ ਸੂਰ ਸੂਰ ਕੇ ਧਾਮਾ। ਜਿਹੜੇ ਸੂਰਮਿਆਂ ਨੇ ਸ਼ਹੀਦੀਆਂ ਪਾਈਆਂ ਗਏ ਕਿੱਥੇ ਬਈ? ਪਤਾ ਤਾਂ ਲੱਗ ਜੇ ਨਾ। ਗੁਰੂ ਕਾ ਖਾਲਸਾ ਸ਼ਸਤਰ ਧਾਰੀ ਹੈ ਕਿ ਸ਼ਹੀਦ ਹੋ ਕੇ ਜਾਈਦਾ ਕਿੱਥੇ ਹੈ? ਸੂਰਜ ਮੰਡਲ ਨੂੰ ਬਿੰਨ ਕਰਕੇ ਖਾਲਸਾ ਜੀ ਮੋਕਸ਼ ਨੂੰ ਪ੍ਰਾਪਤ ਹੁੰਦਾ ਹੈ। ਖਾਲਸਾ ਕਹਾ ਲੱਗੈ ਵਹ ਕਥੋਂ ਲੜਾਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਖਾਲਸਾ ਜੀ ਸਤਿਗੁਰੂ ਨਾਨਕ ਦੇਵ ਜੀ ਬਾਰੇ ਕਿੱਥੇ ਤੱਕ ਇਹ ਜਿਹੜੇ ਜੰਗ ਹੋਇਆ ਪਹਿਲਾਂ, ਕਿੱਥੇ ਤੱਕ ਕਥਨ ਕਰੀਏ? ਆਪਨ ਪ੍ਰਭਾ ਨ ਬਰਨੀ ਜਾਈ। ਆਪਣੀ ਵਡਿਆਈ ਆਪ ਕੀਤੀ ਨਹੀਂ ਜਾਂਦੀ। ਮਹਾਰਾਜ ਕਹਿੰਦੇ ਅਸੀਂ ਆਪ ਦੀ ਵਡਿਆਈ ਕੀ ਕਰੀਏ? ਭੁਜੰਗ ਪ੍ਰਿਆਤ ਛੰਦ ਲਵੀ ਸਰਬ ਜੀਤੇ ਕੁਸੀ ਸਰਬ ਹਾਰੇ। ਆਖ ਤੇ ਫੈਸਲਾ ਕੀ ਹੋਇਆ? ਲਹੂ ਦੀ ਵੰਸ਼ ਲਾਹੌਰ ਵਾਲੇ ਜਿੱਤ ਕੇ, ਉਧਰ ਕੁਸੂ ਦੀ ਵੰਸ਼ ਵਾਲੇ ਕਸੂਰ ਵਾਲੇ ਹਾਰ ਗਏ। ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ। ਜਿਹੜੇ ਬਲ ਵਾਲੇ ਸੂਰਮੇ ਬਚੇ ਆਪਣੇ ਪ੍ਰਾਣ ਬਚਾ ਕੇ ਪਰੇ ਹੋ ਗਏ। ਚਤੁਰ ਬੇਦ ਪਠਿਅੰ ਕੀਓ ਕਾਸ ਬਾਸ। ਉਹਨਾਂ ਨੇ ਕੀ ਕੀਤਾ ਖਾਲਸਾ ਜੀ? ਕੁਸੂ ਦੀ ਵੰਸ਼ ਦੇ ਛਤਰੀਆਂ ਨੇ, ਕਾਂਸ਼ੀ ਗੜ੍ਹ ਹੈ ਆਪਣੇ ਵਿਦਿਆ ਦਾ ਹਿੰਦੁਸਤਾਨ ਦੇ ਅੰਦਰ। ਲੇਕਿਨ ਗੁਰੂ ਕਿਆ ਨੇ ਵਰ ਨਹੀਂ ਦਿੱਤਾ ਦਮਦਮੇ ਸਾਹਿਬ ਨੂੰ। ਕਹਿੰਦੇ ਭਾਈ ਇਹ ਗੁਰੂ ਕੀ ਕੰਸ਼ੀ ਹੈ। ਮਹਾਰਾਜ ਨੇ ਏਡਾ ਵੱਡਾ ਭੰਡਾਰਾ ਖੋਲ੍ਹਿਆ ਹੈ। ਇਹ ਜਿੰਨੇ ਸਾਧ ਸੰਗਤ ਜੀ ਕੁਸੂ ਦੀ ਵੰਸ਼ ਦੇ ਹਾਰੇ ਸੀ, ਜਾ ਕੇ ਵੇਦ ਪੜ੍ਹੇ। ਕਨੇ ਬਰਖ ਕੀਨੇ ਤਾਹਾ ਹੀ ਨਿਵਾਸ। ਕਿੰਨੇ ਸਾਲ ਉੱਥੇ ਕਾਂਸ਼ੀ ਚ ਨਿਵਾਸ ਰੱਖਦੇ ਰਹੇ। ਭੁਜੰਗ ਪ੍ਰਿਆਤ ਚੰਦ ਜਿਨ੍ਹਾਂ ਵੇਦ ਪੱਠਿਓ ਉਸ ਬੇਦੀ ਕਹਾਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਖਾਲਸਾ ਜੀ ਵੇਦੀ ਵੰਸ਼ ਜਿੱਥੇ ਗੁਰੂ ਨਾਨਕ ਦੇਵ ਅਵਤਾਰ ਧਾਰਿਆ, ਉਹ ਕੌਣ ਸੀ? ਜਿਨ੍ਹਾਂ ਵੇਦ ਪੱਠੇ ਸੋ ਬੇਦੀ ਕਹਾਏ, ਤਿਨੇ ਧਰਮ ਕੇ ਕਰਮ ਨੀਕੇ ਚਲਾਏ। ਜਿਨ੍ਹਾਂ ਨੇ ਵੇਦ ਪੜ੍ਹ ਲਏ ਉਹਨਾਂ ਦੀ ਵੇਦੀ ਸੰਗਿਆ ਹੋਈ। ਵੇਦੀ ਹਨ ਕੌਣ? ਤਿਨੇ ਧਰਮ ਕੇ ਕਰਮ ਨੀਕੇ ਚਲਾਏ। ਵੇਦੀਆਂ ਨੇ ਕੋਈ ਪਾਪ ਦਾ ਰਾਹ ਨਹੀਂ ਪਕੜਿਆ, ਉਹਨਾਂ ਨੇ ਧਰਮ ਦੀ ਕਿਰਿਆ ਪ੍ਰਵਿਰਤ ਕੀਤੀ। ਪਠੇ ਕਾਗਦੰ ਮਦਰ ਰਾਜਾ ਸੁਧਾਰੰ। ਕੀ ਹੋਇਆ ਖਾਲਸਾ ਜੀ? ਉਸ ਵੇਲੇ ਸਦਾ ਇੱਕੋ ਜਿਹੀ ਬਿਰਤੀ ਨਹੀਂ ਹੁੰਦੀ। ਲਾਹੌਰ ਦੇ ਰਾਜੇ ਨੇ ਸੋਚਿਆ ਮਨਾ,
ਮੈਂ ਤਾਂ ਸ਼ਰੀਕਾਂ ਦਾ ਇਲਾਕਾ ਵੀ ਕਬਜ਼ੇ ਕਰ ਲਿਆ, ਸ਼ਾਂਤੀ ਤਾਂ ਆਈ ਨਹੀਂ। ਚਲੋ ਕੋਈ ਭਜਨ ਪਾਠ ਕਰੀਏ, ਜਿਵੇਂ ਆਪਾਂ ਕਹਿੰਦੇ ਆ ਬਰਾਗ ਬਿਰਤੀ ਧਾਰ ਕੇ ਆ ਸੰਗਤ ਨੂੰ ਬੁਲਾਈਏ ਤੇ ਅਖੰਡ ਪਾਠ ਬਾਣੀ ਸੁਣੀਏ। ਇਹਦੇ ਮਨ 'ਚ ਫੁਰਨਾ ਹੋਇਆ ਕਿ ਵੇਦ ਪਾਠ ਕਰਾਈਏ। ਆਪੋ ਆਪ ਮੂੰ ਬੈਰ ਭਾਵੰ ਵਿਸਾਰੰ, ਬੈਰ ਭਾਵ ਵਿਸਾਰ ਦਿੱਤਾ। ਵੇਦਾਂ ਦਾ ਪਾਠ ਸ਼ੁਰੂ ਹੋਇਆ ਲਾਹੌਰ ਵਿੱਚ। ਨਿਪੰ ਮੁਕੱਲਿਅੰ ਦੂਤ ਸੋ ਕਾਸੇ ਆਇੰ, ਉਹ ਜਿਹੜਾ ਰਾਜੇ ਦਾ ਭੇਜਿਆ ਹੋਇਆ ਰਾਜਦੂਤ ਸੀ, ਉਹ ਕਾਂਸ਼ੀ ਪਹੁੰਚਿਆ। ਸਭੈ ਬੇਦਿਅੰ ਭੇਦ ਭਾਖੇ ਸੁਨਾਇੰ, ਉਹ ਬੇਦੀਆਂ ਨੂੰ ਸਾਰਾ ਭੇਦ ਦੱਸਦਾ ਵੀ ਹੁਣ ਨਹੀਂ ਈਰਖਾ ਹੈ ਲਾਹੌਰ ਵਾਲੇ ਰਾਜੇ ਦੇ ਅੰਦਰ। ਚਲੋ ਚੱਲ ਕੇ ਆ ਭਜਨ ਪਾਠ ਦੇ ਪ੍ਰਵਾਹ ਚਲਾਓ। ਸਭੈ ਬੇਦ ਪਾਠੀ ਚੱਲੇ ਮਦਰ ਦੇਸੰ, ਉਸ ਵੇਲੇ ਜਿਹੜੀ ਬੇਦੀ ਸੰਗਿਆ ਇਹਨਾਂ ਦੀ ਹੋਈ, ਸਾਰੇ ਕਾਂਸ਼ੀ ਤੋਂ ਵੇਦ ਪਾਠੀ ਚੱਲੇ। ਪ੍ਰਣਾਮੰ ਕੀਓ ਆਨ ਕਹਿ ਨਰੇਸੰ, ਆ ਕੇ ਸਤ ਸੰਗ ਜੀ ਰਾਜੇ ਨਾਲ ਪ੍ਰੇਮ ਨਾਲ ਮਿਲਦੇ ਰਹੇ ਤੇ ਨਮਸਕਾਰਾਂ ਹੁੰਦੀਆਂ ਪਰਸਪਰ। ਤੁਨੰ ਬੇਦ ਕੀ ਭੂਪਤਾਂ ਤੇ ਕਰਾਈ, ਜਿਵੇਂ ਆਪਾਂ ਸਤ ਸੰਗ ਜੀ ਖੰਡ ਪਾਠਾਂ ਦੇ ਗੁਰਮੁਖ ਬਾਣੀ ਪੜ੍ਹਦੇ ਹਾਂ, ਸਰੋਤੇ ਬਣ ਕੇ ਪ੍ਰੇਮੀ ਸੁਣਦੇ ਹੈ। ਉਸ ਵੇਲੇ ਵੇਦ ਸ਼ਾਸਤਰਾਂ ਦਾ ਪਾਠ ਸ਼ੁਰੂ ਹੋਇਆ। ਸਭਾ ਪਾਸ ਬੈਠੇ ਸਭਾ ਵਿੱਚ ਭਾਈ, ਉਸ ਵੇਲੇ ਸਰੋਤੇ ਬਣ ਕੇ ਸਾਰੇ ਸਤ ਸੰਗਤ ਜੀ ਸੁਣਦੇ ਪਏ ਬਹੁਤ ਪ੍ਰੇਮ ਨਾਲ। ਪੜੇ ਸਾਮ ਬੇਦੰ ਜੁਜਰ ਬੇਦ ਕਥੰ, ਪਹਿਲਾਂ ਸਤ ਸੰਗਤ ਜੀ ਸ਼ਾਮ ਵੇਦ ਹੈ, ਫਿਰ ਜੁਜਰ ਵੇਦ ਦਾ ਕਥਨ ਕੀਤਾ। ਰਿਗੰ ਬੇਦ ਪਠਿਅੰ ਕਰੇ ਭਾਵ ਹੱਥੰ, ਹੱਥਾ ਭਾਵ ਦੇ ਨਾਲ ਸਤ ਸੰਗਤ ਜੀ ਆਪਣੇ ਗੁਰਮਤ ਦੇ ਅੰਦਰ ਅਨੁਕੂਲ ਨਹੀਂ ਹੈ ਰਹੀ। ਜਿਹੜੇ ਜਿਵੇਂ ਢਾਡੀ ਮੂੰਹ ਨੂੰ ਹੱਥ ਕਰਦੇ ਕਿ ਨਹੀਂ ਮੂੰਹ ਜਦੋਂ ਗਾਉਂਦੇ ਨੇ, ਲੇਕਿਨ ਕਥਾ ਦੇ ਅੰਦਰ ਕੀਰਤਨ ਦੇ ਅੰਦਰ ਆਪਾਂ ਨੂੰ ਆਗਿਆ ਨਹੀਂ ਹੈ ਇੱਕ ਰਸ ਕੀਰਤਨ ਕਰਨਾ। ਇਹ ਆਪਣੇ ਬੜੇ ਲੈ ਦੇ ਨਾਲ ਨਾਲੇ ਪਾਠ ਕਰਦੇ, ਨਾਲੇ ਹੱਥਾਂ ਦਾ ਹਾਵ ਭਾਵ ਕਰਦੇ। ਰਸਾਵਲ ਛੰਦ ਅਥਰ ਬੇਦ ਪਠਿਅੰ ਸੁਣੇ ਪਾਪ ਨਠਿਅੰ, ਅਥਰਵਣ ਵੇਦ ਜਦੋਂ ਪੜਿਆ ਉਹਦੇ ਸਰੋਤੇ ਸੁਣ ਕੇ ਖਾਲਸਾ ਜੀ ਉਹਨਾਂ ਦੇ ਪਾਪ ਸਾਰੇ ਨਿਵਰਤ ਹੋ ਗਏ। ਵੇਦ ਜਿੰਨੇ ਵੇਦ ਹਨ ਸਤ ਸੰਗਤ ਜੀ, ਕੋਈ ਉਹ ਵੀ ਪਰਮੇਸ਼ਰ ਦੀ ਰਚਨਾ ਹੈ। ਚਾਰੇ ਵੇਦ ਬ੍ਰਹਮਾ ਨੂੰ ਦਿੱਤੇ ਗਏ ਨੇ, ਉਹਨੇ ਉਚਾਰੇ ਨਹੀਂ ਹੈ। ਇਹ ਗੁਰਬਾਣੀ ਦੀ ਗਵਾਹੀ ਹੈ। ਹਾਂਜੀ ਬੋਲੋ। ਅਥਰ ਬੇਦ ਪਠਿਅੰ ਸੁਣੇ ਪਾਪ ਨਠਿਅੰ, ਜਿਨ੍ਹਾਂ ਦੇ ਵੇਦ ਦੇ ਪੜ੍ਹਨੇ ਕਰਕੇ ਪਾਪ ਨਿਵਰਤ ਹੋਏ। ਰਹਾ ਰੀਜ ਰਾਜਾ ਦੀਆ ਸਰਬ ਸਾਜਾ, ਲਾਹੌਰ ਵਾਲਾ ਰਾਜੇ ਨੇ ਜਿਸ ਵੇਲੇ ਸੁਰਤੋਂ ਬਣ ਕੇ ਵੇਦ ਸੁਣੇ ਨਾ, ਇੰਨਾ ਬਰਾਗ ਜਾਗਿਆ, ਕਹਿੰਦਾ ਵੀ ਰਾਜ ਤੁਸੀਂ ਸਾਂਭ ਲਓ। ਇਹ ਵੇਦੀਆਂ ਤੇ ਸਤ ਸੰਗ ਜੀ ਪ੍ਰਸੰਨ ਹੋਇਆ। ਲਇਓ ਬਨ ਬਾਸੰ ਮਹਾ ਪਾਪ ਨਾਸੰ, ਆਪ ਕੀ ਹੋਏ, ਜਿਵੇਂ ਗੁਰਬਾਣੀ ਸੁਣ ਕੇ ਆਪੇ ਪਾਪ ਨਹੀਂ ਨਿਰਨਸ਼ਟ ਹੁੰਦੇ, ਉਹਦੇ ਪਾਪ ਨਿਵਰਤ ਹੋਏ। ਬੜਾ ਖੁਸ਼ ਹੋਇਆ, ਤਿਆਗੀ ਬਣ ਗਿਆ। ਕਹਿੰਦਾ ਉਹ ਰਾਜ ਸਾਂਭ ਲੋ ਵੇਦੀਓ, ਮੈਂ ਕੀ ਕਰਨਾ, ਮੈਂ ਤਾਂ ਭਜਨ ਕਰਨਾ। ਰਿਖੰ ਭੇਸ ਕੀਯੰ ਤਿਸੈ ਰਾਜ ਦੀਯੰ, ਉਹ ਰਿਖੀਆਂ ਵਾਲਾ ਭੇਸ ਬਣਾ ਕੇ ਵੇਦੀਆਂ ਨੂੰ ਸਤ ਸੰਗਤ ਜੀ ਰਾਜ ਪ੍ਰਾਪਤ ਹੋਇਆ। ਰਹੇ ਹੋਰ ਲੋਗੰ ਤਜੇ ਸਰਬ ਸੋਗੰ, ਬੜੇ ਲੋਕ ਰੋਕ ਰਹੇ ਰਾਜਨ ਤੂੰ ਨਾ ਜਾ ਬਨਵਾਸ ਨੂੰ ਭਜਨ ਕਰਨ, ਪਰ ਇਹਨੇ ਸਾਰੇ ਸੋਗ ਤਿਆਗ ਤੇ ਕਹਿੰਦੇ ਤਿਆਗ ਤੋਂ ਤਿਆਗ ਹੀ ਹੈ। ਧਨੰ ਧਾਮ ਤਿਆਗੇ ਪ੍ਰਭੰ ਪ੍ਰੇਮ ਪਾਗੇ, ਪਰਮੇਸ਼ਰ ਦੇ ਵਾਹਿਗੁਰੂ ਦੇ ਅਕਾਲ ਪੁਰਖ ਦੇ ਪ੍ਰੇਮ ਚ ਭਿੱਜ ਗਿਆ ਰਾਜਾ ਤੇ ਸਭ ਕੁਝ ਤਿਆਗ ਦਿੱਤਾ। ਅੜਿਲ ਬੇਦੀ ਭਏ ਪ੍ਰਸੰਨ ਰਾਜ ਕਹਿ ਪਾਏ ਕੈ, ਇੱਧਰ ਸੁਣੋ ਖਾਲਸਾ, ਜਿਹੜੀ ਬੇਦੀ ਸੰਗਿਆ ਕੌਣ ਭੁੱਲਿਆ ਹੋਇਆ ਬੇਦੀਆਂ ਨੂੰ। ਬੇਦੀ ਜਿਹੜੇ ਪਾਠ ਵੇਦਾਂ ਦਾ ਕੀਤਾ, ਉਹ ਰਾਜ ਪਾ ਕੇ ਬੜੇ ਖੁਸ਼ ਹੋਏ। ਵੇਦ ਭਇਓ ਬਰਦਾਨ ਹੀ ਹੈ ਹੁਲ ਸਾਇ ਕੈ, ਬਲਿਹਾਰ ਜਾਈਏ ਇੰਨੀ ਬਰਕਤ ਹੈ ਪਾਠੀਆਂ ਦੇ ਅੰਦਰ। ਦੇਤ ਭਇਓ ਵਰਦਾਨ ਹੀ ਹੈ ਹੁਲ ਸਾਇ ਕੈ, ਬੜੇ ਹਿਰਦੇ 'ਚ ਖੁਸ਼ ਹੋ ਕੇ ਕਿ ਕਿੱਥੇ ਸਾਡੇ ਕੋਲੋਂ ਸਾਨੂੰ ਦਵਲਿਆ ਸੀ, ਕਿੱਥੇ ਅੱਜ ਰਾਜੇ ਨੇ ਸਾਰਾ ਰਾਜ ਸਾਨੂੰ ਵੀ ਦੇ ਦਿੱਤਾ ਹੈ। ਉਸ ਵੇਲੇ ਵਰ ਦਿੰਦੇ ਪਏ। ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ, ਕੀ ਕਿਹਾ, ਹੇ ਰਾਜਨ ਸਮਾਂ ਆ ਜਾਣਾ ਜਦੋਂ ਅਕਾਲ ਪੁਰਖ ਅੰਤਰਜਾਮੀ ਗੁਰੂ ਨਾਨਕ ਰੂਪ ਧਾਰ ਕੇ ਸਾਡੀ ਵੰਸ਼ ਵਿੱਚ ਆਉਣਗੇ। ਉਸ ਵੇਲੇ ਤੁਹਾਨੂੰ ਬਾਅਦ ਵਰ ਦਿੰਦੇ ਹਾਂ। ਓ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ, ਉਸ ਵੇਲੇ ਤੁਸੀਂ ਤਿਆਗੀ ਹੋਏ ਹੋ ਰਾਜ ਦੇ, ਤੁਹਾਡੇ ਘਰ ਵਿੱਚ ਵੀ ਗੁਰਤਾ ਗੱਦੀ ਆਊਗੀ। ਉਹ ਕੌਣ ਹੋਏ, ਗੁਰੂ ਰਾਮਦਾਸ ਜੀ ਹੋਏ ਖਾਲਸਾ ਜੀ। ਇੱਥੇ ਕਹਿੰਦੇ ਨੇ ਉਹ ਜੀ ਗਰੀਬ ਸੀ ਜੀ, 9 ਜੇਠਾ ਰੱਖਦਾ ਜੀ, ਐ ਢਹਿੰਦੀਆਂ ਜੀਆਂ ਗੱਲਾਂ ਦੇ ਨਾਲ ਗੁਰੂ ਕਾ ਜਸ ਨਹੀਂ ਕਰਨਾ ਚਾਹੀਦਾ। ਕਿੱਥੇ ਤ੍ਰੇਤਾ ਯੁੱਗ, ਉਦੋਂ ਉੱਥੇ ਦਾ ਬਰ ਹੈ ਕਿ ਗੁਰੂ ਰਾਮਦਾਸ ਜੀ ਅਵਤਾਰ ਧਾਰਨਗੇ।
ਕਿ ਮਹਾਰਾਜ ਕਿਤੇ ਸਾਧ ਸੰਗਤ ਜੀ ਕਮਜ਼ੋਰ ਹਨ। ਸੋ ਆਪ ਜੀ ਨੇ ਕਿਹਾ ਕਿ ਤੁਸੀਂ 4 ਵੇਦ ਸੁਣ ਕੇ ਸਾਨੂੰ ਰਾਜ ਅਰਪ ਦਿੱਤਾ। ਅਸੀਂ ਜਦੋਂ 3 ਸਰੂਪ ਧਾਰਾਂਗੇ ਫਿਰ ਗੁਰਤਾ ਗੱਦੀ ਤੁਹਾਡੇ ਘਰ ਆਵੇਗੀ। ਦੋਹਰਾ ਲਵੀ ਰਾਜ ਦੇ ਬਣ ਗਏ। ਉਸ ਵੇਲੇ ਕੀ ਫੈਸਲਾ ਹੋਇਆ? ਜਿਹੜੇ ਰਾਜੇ ਸੀ ਲਬੂ ਵੰਸ਼ ਵਿੱਚੋਂ ਉਹ ਤਾਂ ਤਪੱਸਿਆ ਕਰਨ ਚਲੇ ਗਏ। ਵੇਦੀਆਂ ਕੀਨੋ ਰਾਜ। ਵੇਦੀਆਂ ਨੂੰ ਉਸ ਦਿਨ ਤੋਂ ਭਾਈ ਰਾਜ ਪ੍ਰਾਪਤ ਹੋਇਆ। ਗੁਰਸਿੱਖੋ ਵੇਦੀ ਰਾਜੇ ਸਨ। ਭਾਂਤ ਭਾਂਤ ਤਿੰਨ ਭੋਗੀਆਂ। ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਆਨੰਦ ਭੋਗੇ। ਭੂਕਾ ਸਗਲ ਸਮਾਜ। ਜਿੰਨਾ ਧਰਤੀ ਦਾ ਪਦਾਰਥ ਸਨ ਚਾਰੇ। ਚੌਪਈ ਤ੍ਰਿਤੀ ਵੇਦ ਸੁਨਬੋ ਤੁਮ ਕੀਆ। ਕੀ ਕਿਹਾ? ਹੇ ਰਾਜਨ ਤਾਂ 3 ਵੇਦ ਸੁਣੇ ਹਨ ਸਰੋਤਾ ਬਣ ਕੇ। ਚਤੁਰ ਵੇਦ ਸੁਨ ਭੂ ਕੋ ਦੀਆ। ਚੌਥਾ ਵੇਦ ਸੁਣ ਕੇ ਸਾਨੂੰ ਸਾਰੀ ਧਰਤੀ ਅਰਪ ਦਿੱਤੀ। 3 ਜਨਮ ਹਮ ਹੂੰ ਜਬ ਧਰ ਹੈ। ਜਦੋਂ ਅਸੀਂ 3 ਸਰੂਪ ਧਾਰਾਂਗੇ ਕਿਹੜੇ ਕਿਹੜੇ? ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ। ਜੋ ਤੋਹਾ ਜੁਗਤ ਸਾਏ ਸਕਾਇਆ ਫਿਰ ਪਲਟੀ ਹੈ। ਜੋ ਤੋਹੀ ਜੁਗਤੀ ਵੀ ਉਪਦੇਸ਼ ਦੇਣ ਦੀ ਉਹੀ, ਪਰ ਦੇ ਹੀ ਪਲਟੀ ਹੈ। ਲੇਕਿਨ ਜਿਸ ਵੇਲੇ ਸਾਰੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਸੱਚਖੰਡ ਚਲੇ ਗਏ, ਬਾਬਾ ਬੁੱਢਾ ਜੀ ਦੇ ਸਮੇਤ ਖੰਡੂਰ ਸਾਹਿਬ ਆਏ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਲੁਕਣ ਵਾਸਤੇ ਤਾਂ ਨਹੀਂ ਪ੍ਰਗਟ ਹੋਵੋ, ਤੁਸੀਂ ਸਾਨੂੰ ਉਪਦੇਸ਼ ਦਿਓ। ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਬਚਨ ਕੀ ਕਿਹਾ? ਤਨ ਕੋ ਕਿਆ ਦੀਖਿਆ ਅੱਖ ਬੁਝਾਇਆ, ਸਿਫਤੀ ਸੱਚ ਸਮਿਓ, ਤਨ ਕੋ ਕਿਆ ਉਪਦੇਸੀਆ ਜਨ ਗੁਰੂ ਨਾਨਕ ਦੇਵ। ਜਿਹਦੇ ਗੁਰੂ ਨਾਨਕ ਦੇਵ ਜੀ ਹੋਣ, ਉਹਨਾਂ ਨੂੰ ਜਿਹੜਾ ਕੋਈ ਮੂਰਖ ਕਹੇ ਮੈਂ ਉਪਦੇਸ਼ ਦੇਣ ਚੱਲਿਆ, ਇਦੋਂ ਵੱਡਾ ਇਹ ਗੁਰੂ ਅੰਗਦ ਦੇਵ ਜੀ ਦੇ ਬਚਨ ਹਨ। ਨਾਲੇ ਉਹੀ ਸਰੂਪ ਨੇ ਗੁਰੂ ਨਾਨਕ ਰੂਪ। ਇੰਨੀ ਨਿਮਰਤਾ ਖਾਲਸਾ ਜੀ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਜਿਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਗੁਰੂ ਹੋਣ, ਕੋਈ ਹੈ ਇਹ ਜੀ ਆਪਣੇ ਮਨ 'ਚ ਇੱਛਾ ਰੱਖਦਾ ਵੀ ਅਸੀਂ ਸਿੱਖਾਂ ਨੂੰ ਉਪਦੇਸ਼ ਦੇਈਏ। ਕਈ ਮੂਰਖ ਆਦਮੀ ਕਹਿਣਗੇ ਅਸੀਂ ਸੰਗਤ ਨੂੰ ਦੱਸਣ ਚੱਲੇ ਹਾਂ ਭੁੱਲੀ ਹੋਈ ਨੂੰ। ਸੋ ਸਤ ਸੰਗਤ ਜੀ, ਆ ਜਿਹੜੀ ਸੰਗਤ ਹੈ ਇੱਕ ਦੂ ਇੱਕ ਚੜੰਦੀਆਂ, ਕੌਣ ਜਾਣੇ ਮੇਰਾ ਨਾਮ ਜੀਓ। ਆ ਜਿਹੜੇ ਗੁਰੂ ਕਾ ਖਾਲਸਾ ਬਹੁਤ ਸਿਆਣਾ ਹੈ। ਕਿਉਂ ਬਖਤਾ ਬੋਲਦਾ ਹੈ ਕਿ ਮੇਰਾ ਜਨਮ ਸਫਲਾ ਹੋ ਜਾਵੇ, ਇਹ ਗੁਰਸਿੱਖ ਮੇਰੇ 'ਤੇ ਕਿਰਪਾ ਕਰ ਦੇਣਗੇ। ਇਹ ਭਾਵਨਾ ਧਾਰ ਕੇ ਸਤ ਸੰਗਤ ਜੀ ਜਿਹੜਾ ਹੈ ਬਖਤਾ ਉਹ ਵਿਚਾਰ ਕਰਦਾ ਹੈ। ਆਓ ਪ੍ਰੇਮੀਓ ਸੁਣੋ। 3 ਜਨਮ ਹਮ ਹੂੰ ਜਬ ਧਰ ਹੈ। ਜਦੋਂ 3 ਗੁਰਤਾ ਗੱਦੀ ਦੇ ਉੱਤੇ ਬੈਠ ਕੇ ਅਸੀਂ ਬਤੀਤ ਕਰਾਂਗੇ। ਚੌਥੇ ਜਨਮ ਗੁਰੂ ਤੋਹਿ ਕਰ ਹੈ। ਉਸ ਵਿੱਚ ਚੌਥੇ ਸਰੂਪ ਵਿੱਚ ਲਹੂ ਦੇ ਵੰਸ਼ ਵਿੱਚੋਂ ਗੁਰੂ ਰਾਮਦਾਸ ਜੀ ਹੋਣਗੇ। ਉਤ ਰਾਜਾ ਕੰਨ ਨਹਿ ਸਿਧਾਇਓ। ਉਧਰ ਰਾਜਾ ਦਾ ਭਾਈ ਬਣ ਨੂੰ ਚਲਿਆ ਗਿਆ। ਇਤੇ ਨਰਾਜ ਕਰਤ ਸੁਖ ਪਾਇਓ। ਇਹਦੇ ਵੇਦੀਆਂ ਨੇ ਰਾਜ ਕੀਤਾ, ਰਾਜ ਭਾਗ ਸੰਭਿਆ। ਕਹਾ ਲੱਗੇ ਕਰ ਕਥਾ ਸੁਣਾਉ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਦੀ ਕਥਾ ਤੁਹਾਨੂੰ ਕਿੱਥੇ ਤੱਕ ਸੁਣਾਈਏ। ਗ੍ਰੰਥ ਵੱਢਣ ਤੇ ਅਦਕ ਡਰਾਉ। ਇਹ ਸਿੱਖ ਤਾਂ ਅੱਗੇ ਹੀ ਨਹੀਂ ਪੜ੍ਹਦੇ ਬਾਣੀ, ਗ੍ਰੰਥ ਜ਼ਿਆਦੇ ਨਾ ਵੱਧ ਜਾਵੇ, ਸੰਖੇਪ ਹੀ ਸੁਣਾਵਾਂਗੇ। ਐ ਕਹਿੰਦੇ ਹੈ ਮਹਾਰਾਜ। ਨਰਾਜ ਛੰਦ ਬਹੁਰ ਬਿਖਾਦ ਬਾਦਿਆਂ ਕਿਨੀ ਨ ਤਾਹੇ ਸਾਧਿਆਂ। ਫਿਰ ਸਤ ਸੰਗਤ ਜੀ ਫਿਰ ਝਗੜਾ ਕਿਆ ਕਾਹਦਾ? ਕਾਬਲ ਦੇ ਉੱਠ ਕੇ ਪਠਾਨ ਆ ਗਏ। ਸਮਾਂ ਆ ਗਿਆ ਤੁਰਕਾਂ ਦਾ। ਸਤ ਸੰਗਤ ਜੀ ਬਹੁਤ ਝਗੜਾ ਵਧਿਆ। ਕਰਮ ਕਾਲ ਇਉ ਭਈ ਸੁਭੂਮ ਬੰਸ ਤੇ ਗਈ। ਇਹ ਜੀ ਸਤ ਸੰਗਤ ਜੀ ਹਵਾ ਚੱਲੀ, ਬੇਦੀ ਬੰਸ ਕੋਲੋਂ ਨਾ ਰਾਜ ਨਿਕਲ ਖਿਸਕ ਗਿਆ। ਦੋਹਰਾ ਵਿਪਰ ਕਰਤ ਪਏ ਸੂਦਰ ਬ੍ਰਿਤ। ਕੀ ਹੋਇਆ? ਸਤਸੰਗ ਸ਼ੰਕਰ ਵਰਨ ਪਰਜਾ ਭਈ, ਧਰਮ ਨ ਕਤੂ ਰਹਾਨ, ਪਾਪ ਪਰਚ ਰਾਜਾ ਭਏ, ਭਈ ਧਰਮ ਕੀ ਹਾਨ। ਇਹ ਗੁਰਬਾਣੀ ਹੈ ਭਾਈ। ਸੋ ਸਾਰੇ ਜਿਹੜੇ ਸੂਦਰ ਸੀ, ਜਿਹੜੇ ਸੀ ਨਾ ਬ੍ਰਾਹਮਣ ਸੀ, ਉਹ ਲੋਕਾਂ ਦੇ ਸਾਕ ਕਰਾਉਣ ਲੱਗੇ। ਕਿੱਥੇ ਵਿਦਵਾ ਪੜ੍ਹਨੀ, ਉੱਥੇ ਲਾਗੀਆਂ ਵਾਲਾ ਕੰਮ ਕਰਨ ਲੱਗੇ। ਛਤਰੀ ਬੈਸਨ ਕਰਮ। ਇਹ ਜਿਹੜੇ ਛਤਰੀ ਸੀਗੇ ਉਹ ਸਤ ਸੰਗਤ ਜੀ ਖੇਤੀਆਂ ਕਰਨ ਲੱਗ ਗਏ। ਬੈਸ ਕਰਤ ਪਏ ਛਤਰ ਬ੍ਰਿਤ। ਬੈਸ ਜੱਟਾਂ ਦੇ ਮੁੰਡੇ ਫੌਜਾਂ 'ਚ ਭਰਤੀ ਹੋਣ ਲੱਗ ਗਏ, ਉਹ ਛਤਰੀ ਬਣ ਗਏ। ਸੂਦਰ ਸੁਦਿਜ ਕੋ ਧਰਮ। ਇਸੇ ਤਰ੍ਹਾਂ ਜਿੰਨੇ ਸੂਦਰ ਸੀ ਉਹ ਪਾਠੀ ਬਣ ਗਏ ਭਾਈ ਸਾਰੇ। ਚੌਥੇ ਪੌੜੀਏ ਕਹਿੰਦੇ ਸਭ ਤੋਂ ਵੱਡੇ ਉਹੀ ਪਾਠੀ ਨੇ ਅੱਜ। ਚਾਉ ਪਈ
20 ਗਾਵ ਤਿਨਕੇ ਰਹਿ ਗਏ। ਅਖੀਰ ਤੇ ਬੇਦੀਆਂ ਦੇ 20 ਪਿੰਡ ਰਹਿ ਗਏ ਖਾਲਸਾ ਜੀ। ਜਨਮੋ ਕਰਤ ਕਿਰਸਾਨੀ ਭਏ। ਕੀ ਕਰਦੇ ਪਏ? ਜਿਹੜੇ ਖੇਤੀ ਕਰਦੇ ਰਹੇ। ਬਹੁਤ ਕਾਲ ਇਹ ਭਾਂਤ ਬਿਤਾਇਓ। ਜਦੋਂ ਬੜਾ ਸਮਾਂ ਇਸ ਤਰ੍ਹਾਂ ਬਤੀਤ ਹੋਇਆ, ਜਨਮ ਸਮੇਂ ਨਾਨਕ ਕੋ ਆਇਓ। ਉਹ ਆ ਗਿਆ ਕਲਯੁਗ ਦਾ ਸਮਾਂ ਖਾਲਸਾ ਜੀ। ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਸਮਾਂ ਆ ਗਿਆ। ਦੋਹਰਾ ਤਿੰਨ ਬੇਦੀਆਂ ਨੇ ਕੀ ਕੁਲ ਵਿਖੈ। ਐਸੇ ਉਹ ਜਿਹੜੇ ਬੇਦੀ ਆ ਸਾਧ ਸੰਗਤ ਜੀ ਆਪਾਂ ਵਿਚਾਰ ਲਏ ਹੈ, ਉਸ ਬੇਦੀ ਵੰਸ਼ ਦੇ ਅੰਦਰ ਪ੍ਰਗਟੇ ਨਾਨਕ ਰਾਏ। ਗੁਰੂ ਪਾਤਸ਼ਾਹ ਦੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅੱਜ ਦੇ ਦਿਨ ਪ੍ਰਗਟ ਹੋਏ ਹਨ। ਸਤਿ ਸ੍ਰੀ ਅਕਾਲ। ਸਭ ਸਿੱਖਣ ਕੋ ਸੁਖ ਦਏ। ਕੀ ਕੀਤਾ ਮਹਾਰਾਜ ਜੀ ਨੇ? ਸ੍ਰੀ ਚੰਦ ਹੋਣਾ ਨੂੰ ਪਾਲਿਆ। ਸ੍ਰੀ ਚੰਦ ਹੋਣਾ ਵੱਲ ਪਿੱਠ ਕਰ ਰਹੀ ਹੈ। ਆਪਾਂ ਨੂੰ 10ਵੇਂ ਪਾਤਸ਼ਾਹ ਦੀ ਰਚਨਾ ਕੀ ਕਹਿੰਦੀ ਹੈ? ਇਨ ਪੁੱਤਰਨ ਕੇ ਸੀਸ ਪਰ ਭਾਰ ਦੀਏ ਸੁਤ ਚਾਰ। ਚਾਰ ਮੂਹੇ ਤੋਂ ਕਿਹਾ ਜੀਵਤ ਲੱਖ ਹਜ਼ਾਰ। ਕਿਸੇ ਦੇ ਪੁੱਤਰ ਨੂੰ ਕੋਈ ਪੁੱਤ ਨਹੀਂ ਬਣਾਉਂਦਾ ਖਾਲਸਾ ਜੀ। ਆਪ ਸੱਚੇ ਪਾਤਸ਼ਾਹ ਜੀ ਨੇ ਪਰਵਾਹ ਨਹੀਂ ਕੀਤੀ। ਮੋਦੀ ਖਾਨਾ ਛੱਡ ਕੇ ਗੁਰੂ ਗਰੀਜਨਵਾਜ ਪਰਉਪਕਾਰ ਕੀਤਾ ਸੱਚੇ ਪਾਤਸ਼ਾਹ ਨੇ। ਸਭ ਸਿੱਖਣ ਕੋ ਸੁਖ ਦਏ। ਸਾਰੇ ਗੁਰਸਿੱਖਾਂ ਨੂੰ ਭਾਈ ਸੁਖ ਇੱਕ ਵਾਰੀ ਦਿੱਤਾ, ਅੱਜ ਨਹੀਂ ਦਿੰਦੇ ਮਹਾਰਾਜ। ਕੋਈ ਕਿਸੇ ਵੇਲੇ ਕਹਿੰਦਾ ਹੁਣ ਤੱਕ ਮੈਂ ਸੁਖ ਦਿਉ, ਫੇਰ ਨਹੀਂ ਦੇਣਾ। ਲੇਕਿਨ ਮਹਾਰਾਜ ਤਿੰਨੇ ਕਾਲ ਹੀ ਸੁਖ ਦੇ ਸਾਧ ਸੰਗਤ ਜੀ ਖਜ਼ਾਨੇ ਇਹ ਖਾਲਸੇ ਨੂੰ ਦਿੰਦੇ ਨੇ ਗੁਰਬਾਣੀ ਦੁਆਰਾ। ਜਹ ਤਹ ਭਏ ਸਹਾਏ। ਜਿੱਥੇ ਕਿੱਥੇ ਲੋਕ ਪਰਲੋਕ ਸਾਧ ਸੰਗਤ ਜੀ ਗੁਰੂ ਸਾਹਿਬ ਸਦਾ ਅੰਗ ਸੰਗੇ ਅਭੰਗੰਗ ਬਭੂਤੇ। ਸੱਚੇ ਪਾਤਸ਼ਾਹ ਸਦਾ ਅੰਗ ਸੰਗ ਗੁਰੂ ਕੇ ਸਿੰਘ ਦੇ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤੋ ਨ ਭਇਓ ਦੁਰਾਈ। ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਜੀ ਆਪ ਅੰਮ੍ਰਿਤ ਛਕਿਆ ਨਾ, ਭਾਈ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਅਸੀਂ ਤਾਂ ਸੀਸ ਦੇ ਕੇ ਅੰਮ੍ਰਿਤ ਲਿਆ, ਤੁਸੀਂ ਕੀ ਸਾਨੂੰ ਦਿੰਦੇ ਹੋ? ਅੰਮ੍ਰਿਤ ਤਾਂ ਲੈਣਾ ਚਾਹੁੰਦੇ ਹੋ। ਕਹਿੰਦੇ ਭਾਈ ਦਇਆ ਸਿੰਘ ਅਸੀਂ ਤਾਂ ਤੇਰੇ ਕੋਲੋਂ ਖਾਲਸੇ ਕੋਲੋਂ ਕੋਈ ਲੁਕੋ ਕੇ ਨਹੀਂ ਰੱਖਿਆ, ਦੱਸ ਕੀ ਮੰਗਣਾ ਚਾਹੁੰਦੇ ਹੋ? ਕਹਿੰਦਾ ਮਹਾਰਾਜ ਬੜੇ ਬੜੇ ਪੀਰ ਪੈਗੰਬਰ ਹੋਏ, ਬੜਿਆਂ ਨੇ ਧਰਮ ਚਲਾਏ ਸੰਸਾਰ ਦੇ, ਉਹ ਚਲੇ ਗਏ। ਪੰਥ ਤੋਂ ਦੂਰ ਨਾ ਜਾਇਓ ਮਹਾਰਾਜ, ਮੇਰੀ ਇਹ ਬੇਨਤੀ ਹੈ। ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ। ਉਹ ਗੁਰੂ ਨਾਨਕ ਰੂਪ 10ਵੇਂ ਪਾਤਸ਼ਾਹ ਹਨ। ਸੋ ਖਾਲਸਾ ਜੀ ਇਹ ਵਾਅਦਾ ਕੀਤਾ ਅੰਮ੍ਰਿਤ ਛਕਣ ਵੇਲੇ 10ਵੇਂ ਪਾਤਸ਼ਾਹ ਨੇ। ਭਾਈ ਦਇਆ ਸਿੰਘ ਚਾਹੇ ਦੇਹ ਦੇ ਸਹਿਤ ਹੋਈਏ, ਚਾਹੇ ਦੇਹ ਤੋਂ ਬਿਨਾ ਹੋਈਏ, ਅਸੀਂ ਖਾਲਸੇ ਤੋਂ ਦੂਰ ਨਹੀਂ ਜਾਂਦੇ। ਜਬ ਲਗ ਰਿਹਾ ਖਾਲਸਾ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਹੈ ਵਿਪਰਨ ਕੀ ਵਿਪਰ ਸੇ ਬਾਹਮਣਾ ਦਾ ਨਾ ਵਿਪਰਜੇ ਭਾਵ ਨਾਸਤਿਕ ਸੰਸਕਾਰ ਹੋ ਜਾਣਗੇ। ਮੈਂ ਨਾ ਕਰੋ ਇਹਨਾਂ ਕੀ ਪ੍ਰਤੀਤ। ਸੋ ਸਾਧ ਸੰਗਤ ਜੀ ਇਸ ਕਰਕੇ ਆ ਜਿਹੜੀ ਸੰਗਤ ਹੈ ਇਹਦੇ ਤੇ ਬੜਾ ਭਾਰੀ ਮਹਾਰਾਜ ਦਾ ਕਿਰਪਾ ਦਾ ਹੱਥ ਹੈ। ਚੌਪਈ ਤਿਨੇ ਇਹ ਕਰਮ ਕਲਮੋ ਧਰਮ ਚਲਾਇਓ। ਐਸੇ ਸਤਿਗੁਰੂ ਜੀ ਨੇ ਕਲਯੁਗ ਚ ਕੀ ਕੀਤਾ ਖਾਲਸਾ ਜੀ? ਧਰਮ ਨੂੰ ਪ੍ਰਵਿਰਤ ਕੀਤਾ ਹੈ। ਧਰਮ ਕਿਆ ਚੀਜ਼ ਹੈ? ਤਜ ਸਭ ਭਰਮ ਭਜੋ ਪਾਰ ਵਹਿਮ, ਕਹੋ ਨਾਨਕ ਅਟਲ ਇਹ ਧਰਮ। ਇਹ ਹੈ ਧਰਮ। ਸੋ ਖਾਲਸਾ ਜੀ ਇਹ ਧਰਮ ਨੂੰ ਕਿਹਨੇ ਪ੍ਰਵਿਰਤ ਕੀਤਾ? ਗੁਰੂ ਨਾਨਕ ਦੇਵ ਜੀ ਨੇ। ਸਭ ਸਾਧਨ ਕੋ ਰਾਹੋ ਬਤਾਇਓ। ਸਾਰੇ ਸਾਧੂ ਜਿਹੜੇ ਸਾਧਨ ਕਰਨ ਵਾਲੇ ਸੀ, ਪੁਨ ਸਾਧ ਵਹੀ ਜਗ ਜਾਨੀਐ ਜਾ ਕੇ ਨਹੀਂ ਉਪਾਦ ਮਨ। ਸਾਧੂ ਕੌਣ ਹੈ ਭਾਈ? ਜਿਹਦੇ ਮਨ 'ਚ ਕੋਈ ਬੁਰਾ ਨਹੀਂ, ਕਿਸੇ ਦਾ ਚਿੱਤ ਬਦਾਨਾ, ਉਹ ਸਾਧੂ ਹੈ। ਸੋ ਖਾਲਸਾ ਜੀ ਅੱਜ ਆਪਾਂ ਨੂੰ ਕੀ ਸੰਗਿਆ? ਇਹ ਸਾਧ ਸੰਗਤ ਬੈਠੀ ਹੈ। ਕੋਈ ਬਾਹਰ ਰਹਿ ਗਿਆ ਸਾਧ ਬਣਨ ਤੋਂ ਖਾਲਸਾ ਜੀ? ਜਿੰਨੀ ਆਪਾਂ ਭਰਾ ਬੈਠੇ ਹਾਂ ਸਾਰੇ ਸਾਧ ਸੰਗਤ ਕਹਿ ਰਹੇ ਨੇ। ਮਹਾਰਾਜ ਤੋਂ ਬਿਨਾਂ ਪਰੇ ਬਾਹਰ ਬਹਿ ਜਾਈਏ ਗਰਾਊਂਡ 'ਚ, ਸਾਨੂੰ ਕਿਸੇ ਨੇ ਸਾਧ ਸੰਗਤ ਨਹੀਂ ਕਹਿਣਾ ਹੈ। ਐਡਾ ਵੱਡਾ ਪ੍ਰਤਾਪ ਗੁਰੂ ਨਾਨਕ ਦੇਵ ਜੀ ਦਾ ਖਾਲਸਾ ਜੀ। ਸਾਧ ਸੰਗਤ ਨੂੰ ਕਿਹੜਾ ਰਾਹ ਬਤਾਇਆ ਖਾਲਸਾ ਜੀ? ਉਹ ਸੱਚਖੰਡ ਦਾ ਰਾਹ ਸੀ। ਉਹ ਜਿਹੜਾ ਕੋਈ ਕਿਸੇ ਨੂੰ ਵੀ ਨਹੀਂ ਪ੍ਰਾਪਤ ਹੁੰਦਾ, ਉਹ ਦੁਰਲਭ ਸਾਹਿਬ ਰਸਤਾ ਦੱਸਿਆ। ਜੋ ਤਾਂ ਕੇ ਮਾਰਗ ਮਹਿ ਆਏ। ਜਿਹੜੇ ਵੀ ਭਾਈ ਗੁਰੂ ਨਾਨਕ ਦੇਵ ਜੀ ਦੇ ਭਉ ਭਗਤੀ ਦੇ ਰਸਤੇ 'ਚ ਆ ਗਏ, ਤੇ ਕਬਹੂ ਨਹੀਂ ਪਾਪ ਸੰਤਾਏ। ਉਹਨਾਂ ਨੂੰ ਕੀ ਲਾਭ ਪ੍ਰਾਪਤ ਹੈ? ਉਹਨਾਂ ਪਾਪ ਨਹੀਂ ਦੁੱਖ ਦਿੰਦੇ।
नहीं तो दुनिया पापा न भरी पई है। जे जे पंथ तवन के परे। खालसा जी जेड़े जेड़े गुरु नानक देव जी दे धर्म विच आ गए प्रवृत्त हो गए, पाप ताप तिनके प्रभ हरे। उन्हां दे साथ संगत जी पाप ते ताप, पाप भी तरह तरह दे ने खालसा जी, ते तिन ताप मन्ने बहुते, आदि व्याधि उपाधि, अधि भूत अधि दैव अधि आत्म, ये तिन ताप हरेक नूं चढ़े रहिंदे आ। कोई डॉक्टर इन्हां तापां नूं निवृत्त नहीं कर सकदा गुरु साहब तो बिना। मन दे ताप बुरा चित भी जाना, ईर्खा ना सड़ी जाना। इस तरह रसना का ताप है हर वेले झूठ बोलना, ते शरीर दे ताप दा अंत नहीं है खालसा जी। ऐसे ਜਿਹੜੇ ਤਾਪ ਨੇ ਉਹ ਗੁਰੂ ਕਹਿੰਦੇ ਨਿਵਰਤ ਕਰ ਦਿੱਤੇ ਸੁੱਖਾਂ ਦੇ। ਦੁਖ ਭੂਖ ਕਬੂ ਨਾ ਸੰਤਾਏ। ਦੁੱਖ ਜੰਮਣ ਮਰਨ ਦਾ ਗਿਆਨ ਜਨ, ਭੁੱਖ ਖਾਲਸਾ ਜੀ ਬਿਨਾ ਸੰਤੋਖ ਨਹੀਂ ਕੋਈ ਰਾਜੈ। ਜਿੰਨੇ ਪਦਾਰਥ ਸਾਰੇ ਖਾਂਦਿਆਂ ਖਾਂਦਿਆਂ ਮੋਹ ਘਟਾ, ਪਹਿਨਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਖਾਂਦਿਆਂ ਖਾਂਦਿਆਂ ਮੂੰਹ ਵੀ ਥੱਕਿਆ, ਦੰਦ ਘਿਸ ਗਏ। ਜਿਨ੍ਹਾਂ ਨਾਲ ਗੁਰੂ ਸਾਹਿਬ ਦੇ ਨਾਮ ਨਾਲ ਪ੍ਰੇਮ ਨਹੀਂ ਹੈ, ਉਹਨਾਂ ਦਾ ਜਨਮ ਹੀ ਤਰਕਾਰ ਹੈ ਖਾਲਸਾ ਜੀ। ਆਪਾਂ ਇਹ ਵਸਤੂ ਅਮੋਲਕ ਬੇਨਤੀਆਂ ਕਰਨੇ ਮਹਾਰਾਜ, ਹੇ ਗੁਰੂ ਨਾਨਕ ਦੇਵ ਜੀ, ਆਪ ਜੀ ਦੇ ਅੱਜ ਦੇ ਦਿਨ ਪ੍ਰਗਟ ਹੋਏ ਹੋ, ਜੋ ਆਪਣੇ ਉਪਦੇਸ਼ ਦਿੱਤਾ ਤੁਹਾਡੇ ਹਿਰਦੇ 'ਚ ਵਸ ਜਾਵੇ। ਅਸੀਂ ਮਹਾਰਾਜ ਤੁਹਾਡੇ ਚਰਨਾਂ 'ਚ ਆਏ ਹਾਂ। ਹਾਂਜੀ, ਦੁੱਖ ਭੁੱਖ ਦੇ ਸਾਥ ਸੰਜੀ ਤੰਗ ਨਹੀਂ ਕਰਦੇ। ਜਾਲ ਕਾਲ ਕੇ ਬੀਚ ਨਾ ਆਏ। ਕਾਲ ਦੇ ਜਾਲ 'ਚ ਕੌਣ ਨਹੀਂ ਆ ਖਾਲਸਾ ਜੀ। ਖਾਲਸਾ ਜੰਮਣ ਮਨ ਤੋਂ ਰਹਿਤ ਹੈ। ਜੇ ਕਹੀਏ ਵੀ ਸਾਰੇ ਹੀ ਮਰਦੇ ਹੈ, ਲੇਕਿਨ ਮਹਾਰਾਜ ਜੀ ਨੇ ਉਹ ਗਿਆਨ ਦਿੱਤਾ ਹੈ ਜਿਹੜਾ ਖਾਲਸਾ ਜੀ ਕਿਤੇ ਵੀ ਨਹੀਂ ਹੈ। ਆਪਾਂ ਸਾਰੇ ਭਰਾਵਾਂ ਨੇ ਕਦੇ ਕਿਹਾ ਮੈਂ ਸਰੀਰ ਹਾਂ, ਕਦੇ ਕਿਹਾ ਮੈਂ ਮਨ ਹਾਂ। ਮਨ ਵੀ ਆਪਣਾ ਹੈ, ਤਨ ਵੀ ਆਪਾਂ, ਤਾਂ ਫਿਰ ਕੌਣ ਹੋਏ ਬਈ। ਜਿਹਨੂੰ ਆਤਮਾ ਕਹਿੰਦੇ ਆ ਉਹਦੇ ਕੀ ਲੱਛਣ ਨੇ, ਕਿੱਥੇ ਮਿਲਣਗੇ ਖਾਲਸਾ ਜੀ। ਜਿਹਨੇ ਆਪਣੇ ਆਪ ਨੂੰ ਨਾ ਪਛਾਣਿਆ, ਲੋਕਾਂ ਨੂੰ ਪਛਾਣਦਾ ਫਿਰਦਾ, ਧੱਕੇ ਖਾਂਦਾ ਉਹ ਖਾਲਸਾ ਜੀ। ਇਸ ਕਰਕੇ ਆਪਣੇ ਸਰੂਪ ਨੂੰ ਜਿਹੜਾ ਪਛਾਣਨਾ, ਉਹ ਗੁਰਬਾਣੀ ਤੋਂ ਬਿਨਾਂ ਨਹੀਂ ਪਤਾ ਲੱਗਣਾ, ਚਾਹੇ ਕੁਝ ਤੇ ਕਹਿ ਲਈਏ। ਇਹ ਸੱਚਖੰਡ ਵਿੱਚੋਂ ਗੁਰਬਾਣੀ ਆਈ ਆ। ਇਹ ਵਿਆਕਰਨਾਂ ਨੂੰ ਇੱਥੇ ਜੀਵ ਕਿਰਤਿਆਂ ਦੀਆਂ 9-8 ਵਿਆਕਰਨ, ਉਹਨੂੰ ਮੂਹਰੇ ਰੱਖ ਕੇ ਅਸੀਂ ਮਨਮਤੀਏ ਮਲੇਸ਼ ਖਾਲਸਾ ਗੁਰਬਾਣੀ 'ਚ ਨੁਕਸ ਕੱਢੀ ਜਾਂਦੇ ਹਾਂ ਖਾਲਸਾ ਜੀ। ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਾਹੀਂ। ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ। ਜਿੱਥੇ ਕਿੱਥੇ 4 ਅੱਖਰ ਪੜ੍ਹੇ ਨੂੰ ਗੁਰਬਾਣੀ ਵਿੱਚ ਘਾਟ ਪ੍ਰਤੀਤ ਹੁੰਦੀ ਹੈ, ਉਹ ਇਹ ਸਮਝ ਲਵੇ ਮੇਰੀ ਬੁੱਧੀ ਇੱਥੇ ਕੰਮ ਨਹੀਂ ਕਰਦੀ। ਸਭ ਤੋਂ ਪਹਿਲਾਂ ਆਪਾਂ ਨੂੰ ਗੁਰਮੰਤਰ ਵਾਹਿਗੁਰੂ ਬਖਸ਼ਿਆ ਹੈ। ਵਾਹਿਗੁਰੂ ਦਾ ਅਰਥ ਹੈ ਅਸਚਰਜ। ਅਸਚਰਜ ਉਸ ਵਸਤੂ ਨੂੰ ਕਹਿੰਦੇ ਜਿੱਥੇ ਸਾਡੀ ਬੁੱਧੀ ਵੀ ਖਤਮ, ਮਨ ਵੀ ਇਹਨਾਂ ਦੀ ਪਹੁੰਚ ਨਹੀਂ। ਇੰਦਰੀਆ ਪੈ ਜਰਥਾ ਜਰਸਮ ਪਰੰਪਰਾ ਮਨ ਬੁੱਧੀ ਵਧੇਰ ਆਤਮਾ ਮਹਾਨ ਪਰਾ, ਆਤਮ ਸਰੂਪ ਪਰਾ ਰੂਪਾ। ਉੱਥੇ ਮਨ ਬੁੱਧੀ ਪਹੁੰਚ ਨਹੀਂ ਹੈ। ਕੀ ਆਪਾਂ ਉੱਥੇ ਖਾਲਸਾ ਜੀ ਭਰਾਂਗੇ। ਇਸ ਕਰਕੇ ਜਿਤ ਜਿਹਾ ਜਿਹਾ ਜੋ ਗੁਰ ਦੀਆ ਸੋ ਮਨ ਕੇ ਕਾਮ, ਜੋ ਗੁਰੂ ਨੇ ਉਪਦੇਸ਼ ਦਿੱਤਾ ਖਾਲਸਾ ਜੀ, ਭੁੱਲ ਕੇ ਵੀ ਸੁਪਨੇ 'ਚ ਕਿੰਤੂ ਨਾ ਕਰੋ, ਉਸ ਨੂੰ ਹਿਰਦੇ 'ਚ ਧਾਰੀਏ। ਜਾਲ ਕਾਲ ਕੇ ਬੀਚ ਨਾ ਆਏ। ਇਹ ਅਕਾਲ ਦਾ ਜਾਲ ਆ, ਖਾਲਸਾ ਵਿੱਚ ਨਹੀਂ ਆਉਂਦਾ। ਮਰਨ ਹਾਰੇ ਜੀਵੜਾ ਨਹੀਂ। ਜੇ ਆਪਾਂ ਮਰ ਜਾਈਏ ਤਾਂ ਫਿਰ ਗਾਹਾਂ ਹਿਸਾਬ ਕੌਣ ਦੇਊਗਾ, ਫਿਰ ਤਾਂ ਖਤਮ ਆ ਕੰਮ। ਇਸ ਕਰਕੇ ਖਾਲਸਾ ਜੀ ਆਹ ਸਰੀਰ ਤਿਆਗ ਕੇ ਜਿਤ ਲਾਗੋ ਮਨ ਬਾਸ਼ਨਾ, ਅੰਤ ਸਾਈ ਪ੍ਰਗਟਾਨੀ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੌਨ ਬਰਬਰ ਉਤਰੈ। ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੌਨ ਬਰਬਰ ਉਤਰੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਉਹ ਸੂਕਰ ਜੌਨ ਬਰਬਰ ਉਤਰੈ। ਇਹ ਗੁਰਬਾਣੀ ਦੀ ਗਵਾਹੀ ਹੈ। ਇਹੀਆਂ ਜਿਹੀਆਂ ਵਾਸ਼ਨਾ ਤੋਂ ਸਾਧ ਸੰਗਤ ਪਰੇ ਹੋ ਕੇ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਨਾਮ ਆਪਾਂ ਹਿਰਦੇ 'ਚ ਵਸਾਉਣ ਆਏ ਹਾਂ ਇੱਥੇ। ਵਾਹਿਗੁਰੂ ਜੀ ਪਹਿਲਾ ਬਾਬੇ ਪਾਇਆ ਬਖਸ਼ਦਾਰ। ਹਾਂ, ਕੀ ਹੋਇਆ ਖਾਲਸਾ ਜੀ। ਭਾਈ ਗੁਰਦਾਸ ਜੀ ਦੀ ਮੁਖਾਰਬਿੰਦ ਤੋਂ ਅਮੋਲਕ ਬਚਨ ਹਨ। ਬਾਬੇ ਨੇ ਕਿੱਥੇ ਪਾਇਆ ਖਾਲਸਾ ਜੀ। ਕਲਪ ਕਲਪ ਪ੍ਰਦ ਅਕਸ਼ਰ ਸਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਕਲਪ ਖਾਲ ਸੰਗਤ ਜੀ ਬ੍ਰਹਮਾ ਦੇ ਇੱਕ ਦਿਨ ਦਾ ਜਿਹੜਾ ਸਮਾਂ ਉਹਨੂੰ ਕਲਪ ਕਹਿੰਦੇ ਆ। ਜਿਹੜੇ 4 ਅੱਖਰ ਵਾਹਿਗੁਰੂ ਨੇ ਨਾ,
ਇਹ ਕੱਲੇ ਕੱਲੇ ਕਲਪ ਵਿੱਚ ਇੱਕ ਇੱਕ ਵਾਹਿਗੁਰੂ ਦੀ ਕਮਾਈ ਕੀਤੀ, ਅਭਿਆਸ ਕੀਤਾ ਹੈ। ਸੋ ਉਹ ਸਾ ਮੰਤਰ ਪ੍ਰਭ ਖਾਲਸੇ ਦੀਨਾ, ਉਹ ਵਾਹਿਗੁਰੂ ਮੰਤਰ ਆਪਾਂ ਨੂੰ ਬਖਸ਼ਿਆ ਕੀਤੀ ਹੈ ਖਾਲਸਾ ਜੀ। ਇਸ ਕਰਕੇ ਵਾਹਿਗੁਰੂ ਅਚਰਜ ਰੂਪ ਹੈ। ਪਹਿਲਾਂ ਬਖਸ਼ਦਰ ਕਿਹੜਾ ਪਾਇਆ, ਰੇਤ ਅੱਕ ਆਹਾਰ ਕਰ ਰੋੜਾਂ ਦੀ ਕੁਰ ਕਰੀ ਵਿਛਾਈ। ਸਤ ਸੰਗਤ ਜੀ ਇੰਨੀ ਕਮਾਈ ਕੀਤੀ, ਆਪ ਜੀ ਦੱਸਦੇ ਹਨ। ਪਿੱਛੋਂ ਦੇ ਫਿਰ ਘਾਲ ਕਮਾਈ, ਪਹਿਲਾਂ ਬਖਸ਼ਿਸ਼ ਕੀਤੀ, ਪਰਮੇਸ਼ਰ ਤੋਂ ਪ੍ਰਾਪਤ ਕੀਤੀ, ਫਿਰ ਘਾਲਣਾ ਘਾਲੀ ਗੁਰੂ ਨਾਨਕ ਦੇਵ ਜੀ ਨੇ। ਰੇਤ ਅੱਕ ਆਹਾਰ ਕਰ ਰਹੇ ਕਿਵੇਂ ਖਾਲਸਾ ਜੀ? ਰੇਤੇ ਦੇ ਉੱਤੇ ਕੌਣ ਨੇ? ਰੇਤੇ ਦੇ ਉੱਤੇ ਬੂਟਾ ਅੱਕ ਦਾ ਬਹੁਤਾ ਹੁੰਦਾ ਹੈ। ਇਹ ਜਿਹੜੇ ਸੱਤ ਜੀ ਬਹੁਤ ਸਾਰੇ ਪੌਦੇ ਐਸੇ ਨੇ ਜਿਹੜੇ ਔੜ ਭਾਲਦੇ ਆ, ਪਾਣੀ ਨਹੀਂ ਚਾਹੁੰਦੇ ਹਨ। ਰੇਤੇ ਦੇ ਉੱਤੇ ਜਿਹੜੇ ਅੱਕ ਹੁੰਦੇ, ਅੱਖਾਂ ਦੀਆਂ ਕੁਕੜੀਆਂ ਖਾ ਲੈਣੀਆਂ ਜੇ ਭੁੱਖ ਲੱਗਣੀ, ਤੇ ਨੀਂਦ ਨਾ ਆ ਜਾਵੇ ਰਾਤ ਨੂੰ, ਰੋੜਾਂ ਦੀ ਵਿਛਾਈ ਥੱਲੇ। ਇੰਨੀ ਘਾਲਣਾ ਗੁਰੂ ਨਾਨਕ ਦੇਵ ਜੀ ਨੇ ਘਾਲੀ। ਜਿਵੇਂ ਗ੍ਰਸਤੀ ਉਹ ਲੋਕ ਆਪਦੀ ਮਾਇਆ ਕਮਾਉਂਦੇ, ਸਾਰੀ ਜਿਹੜੀ ਕਮਾਈ ਹੈ ਪੁੱਤ ਧੀ ਦੇ ਝੋਲੇ 'ਚ ਪਾ ਦਿੰਦੇ। ਆਪਾਂ ਮਹਾਰਾਜ ਦੇ ਪੁੱਤਰ ਹਾਂ ਖਾਲਸਾ ਜੀ। ਆ ਕਮਾਈ ਥੋੜ੍ਹੀ ਇਹੀ ਜਿਹੀ ਗੁਰਬਾਣੀ ਕਿਤੇ ਲੱਭ ਜਾਵੇਗੀ ਆਪਾਂ ਨੂੰ। ਸਭ ਤੋਂ ਵੱਡਾ ਸੱਚਾ ਧਨ ਆਪਾਂ ਨੂੰ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ। ਖਾਲਸਾ ਜੀ ਘਟੇਗਾ ਨਹੀਂ। ਅੱਜ ਕਿੰਨੇ 100 ਸਾਲ ਹੋ ਗਿਆ ਆ ਗੁਰਬਾਣੀ ਪ੍ਰਗਟ ਜਪਜੀ ਸਾਹਿਬ ਕੀਤੀ ਮਹਾਰਾਜ ਜੀ ਨੇ। ਸੋ ਖਾਲਸਾ ਜੀ ਕਿੰਨੇ ਗੁਰੂ ਕੇ ਸਿੱਖ ਇਸ ਬਾਣੀ ਦੇ ਆਸਰੇ ਪੂਰਾਂ ਦੇ ਪੂਰ ਮੋਕਸ਼ ਨੂੰ ਪ੍ਰਾਪਤ ਹੋ ਗਏ, ਜੂਨਾਂ 'ਚ ਛੁੱਟ ਗਏ। ਸਤਿ ਸ੍ਰੀ ਅਕਾਲ। ਅੱਜ ਖਾਲਸਾ ਜੀ ਆਪਣੀ ਵਾਰੀ ਹੈ। ਪਤਾ ਨਹੀਂ ਅੱਜ ਮੈਂ ਕੀ ਦੱਸਾਂ ਸਾਧ ਸੰਗਤ ਜੀ, ਆਹੀ ਸਥਾਨ ਹੈ। ਅੱਜ ਜਿਹੜੇ ਅੱਜ ਤੋਂ 30-32 ਸਾਲ ਪਹਿਲਾਂ ਸੰਗਤ ਦੇ ਵਿੱਚ ਗੁਰਮੁਖ ਸੀਗੇ, ਉਹ ਅੱਜ ਅਲੋਪ ਹੋ ਗਏ। ਅੱਜ ਨਵਾਂ ਪ੍ਰਵਾਹ ਆ ਗਿਆ ਹੈ ਖਾਲਸਾ ਜੀ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਬਿਸਪਰੇ ਕੋ ਜਾਣੈ ਜੋਗੀ ਰਾਮ। ਇਸ ਕਰਕੇ ਖਾਲਸਾ ਜੀ ਕਦੇ ਆਪਣਾ ਸਮਾਂ ਨਹੀਂ ਖੰਝਾਉਣਾ। ਇਹ ਗੁਰੂ ਸਾਹਿਬ ਦੀਆਂ ਬਖਸ਼ਾਂ ਹਨ। ਤਨ ਚੇਤਨ ਚੇਤਨ ਹਿਤ ਦਿਓ, ਨਾ ਭੋਗਨ ਹੇਤ ਗੋਬਿੰਦ ਦਿਓ। ਪਦਾਰਥ ਖਾਣ ਵਾਸਤੇ ਨਹੀਂ, ਪਦਾਰਥਾਂ ਵੀਰਾਂ ਦੀਆਂ ਕੁੱਤੀਆਂ ਬਿਸਕੁਟ ਖਾਈ ਜਾਂਦੀਆਂ। ਜੇ ਤੁਸੀਂ ਥੋੜ੍ਹੇ ਖਾ ਲਏ ਕੋਈ ਵੱਡੀ ਵਡਿਆਈ ਹੈ। ਮਾਨਸ ਦੇ ਹੀ ਹੈ। ਇਹ ਸਤਿਗੁਰੂ ਜੀ ਨੇ ਆਪਣੇ ਤੇ ਕਿਰਪਾ ਕੀਤੀ। ਰੇਤ ਅੱਕ ਆਹਾਰ ਕਰ, ਦੇਖ ਲਓ ਕਿੰਨੀ ਕਮਾਈ ਕੀਤੀ। ਰੇਤੇ ਤੇ ਜਿਹੜੇ ਅੱਕ ਸੀ ਉਹਨਾਂ ਕੁਕੜੀਆਂ ਨੂੰ ਖਾ ਕੇ ਪੇਟ ਦੀ ਭੁੱਖ ਬੁਝਾ ਦੇਣੀ। ਰੋੜਾਂ ਦੀ ਗੁਰ ਕਰੀ ਵਿਛਾਈ, ਔਰ ਥੱਲੇ ਕੋਈ ਗਦੈਲੇ ਨਹੀਂ ਵਿਛਾਏ। ਸਤ ਸੰਗਤ ਜੀ ਰੋੜ ਵਿਛਾ ਲੈ ਕਿਤੇ ਨੀਂਦ ਨਾ ਆ ਜਾਵੇ। ਭਾਰੀ ਕਰੀ ਤਪੱਸਿਆ, ਇਹ ਗੁਰਸਿੱਖੋ ਬੜੀ ਤਪੱਸਿਆ ਕੀਤੀ ਗੁਰੂ ਨਾਨਕ ਦੇਵ ਜੀ ਨੇ। ਐਡੀ ਵੱਡੀ ਕੌਣ ਤਪੱਸਿਆ ਕਰੇਗਾ? ਵੱਡੇ ਭਾਗ ਹਰ ਸਿਓ ਬਣ ਆਈ। ਹਾਂ, ਵੱਡੇ ਭਾਗਾਂ ਕਰਕੇ ਕੀ ਆਪਣੇ ਵੱਡੇ ਭਾਗ ਸੀ ਜਿਹੜੀ ਆ ਗੁਰਬਾਣੀ ਬਖਸ਼ ਕਰ ਦਿੱਤੀ। ਅੱਜ ਗੁਰਬਾਣੀ ਨਾ ਹੁੰਦੀ ਖਾਲਸਾ ਜੀ, ਦੁਨੀਆ ਤੇ ਹਨੇਰ ਛਾ ਜਾਂਦਾ। ਆਪਾਂ ਧੱਕੇ ਖਾਂਦੇ ਫਿਰਦੇ, ਆਪਾਂ ਨੂੰ ਕੌਣ ਪੁੱਛਦਾ? ਗੁਰਸਿੱਖੋ ਇਹ ਮਹਾਰਾਜ ਦੇ ਕਦੇ ਵੀ ਆਸਾਨ ਨਾ ਕਦੇ ਵੀ ਭੁੱਲੀਏ। ਅਕਿਰਤ ਕਣ ਕਿਹਨੂੰ ਕਹਿੰਦੇ ਆ? ਜਿਹੜਾ ਕਿਸੇ ਦਾ ਪਰਉਪਕਾਰ ਭੁੱਲਦੇ। ਪਹਿਲਾ ਪਰਉਪਕਾਰ ਮਾਂ ਬਾਪ ਦਾ ਵੀ ਹੈ। ਬੱਚੇ ਨੂੰ ਪੁੱਛੋ ਕਿਸ ਕੀਮਤ ਤੇ ਮਾਂ ਬਾਪ ਪਾਲਦੇ ਨੇ, ਉਹਦਾ ਦੇਣ ਦੇ ਸਕਦੇ ਹਾਂ। ਗੁਰੂ ਕਾ ਪਰਉਪਕਾਰ ਉਦੋਂ ਵੀ ਜ਼ਿਆਦਾ ਹੈ ਖਾਲਸਾ ਜੀ। ਮਾਂ ਬਾਪ ਆਪਣੀ ਕਲਿਆਣ ਨਹੀਂ ਕਰ ਸਕਦੇ। ਗੁਰੂ ਆਪਣੇ ਜਨਮ ਨੂੰ ਸਫਲ ਕਰਕੇ ਸਾਨੂੰ ਸਤ ਸੰਗਤ ਜੀ ਮੋਕਸ਼ ਦੀ ਪ੍ਰਾਪਤੀ ਕਰਾ ਦਿੰਦੇ ਹਨ। ਸਤਿਗੁਰੂ ਜੀ ਦੀ ਜਿਹੜੀ ਦੇਣ ਹੈ ਉਹ ਮਾਂ ਬਾਪ ਨਾਲੋਂ ਵੀ ਜ਼ਿਆਦਾ ਪਰਉਪਕਾਰ ਹੈ। ਸੋ ਐਸੇ ਸਤਿਗੁਰੂ ਨਾਨਕ ਦੇਵ ਜੀ ਪੜੋ ਪੰਕਤੀ ਇਹੀ। ਭਾਰੀ ਕਰੀ ਤਪੱਸਿਆ, ਬੜੀ ਭਾਰੀ ਤਪੱਸਿਆ ਕੀਤੀ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਨੇ। ਵੱਡੇ ਭਾਗ ਹਰ ਸਿਓ ਬਣ ਆਈ। ਕੀ ਹੋਇਆ ਅਖੀਰ ਤੇ ਸਤ ਸੰਗਤ ਜੀ? ਕੀ ਭਜਨ ਕਰਦੇ ਆ ਕੀ ਪ੍ਰਾਪਤ ਹੁੰਦਾ ਹੈ? ਜੀ ਦੀ ਉਪਾਸਨਾ ਕਰੀਏ ਉਹਦੇ ਵਿੱਚ ਰਲ ਜਾਈਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਤੂੰ ਕਰਤਾ ਤੂੰ ਪਿਆ, ਮੁਝ ਮੈਂ ਰਹਾ ਨਾ ਹੂੰ। ਜਾਂ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ ਜਾਪ ਕਰ ਲੋ। ਉਸ ਵੇਲੇ ਤੂੰ ਦੇ ਵਿੱਚ ਜਿਹਨੂੰ ਤੂੰ ਕਹਿਣਾ ਨਾ ਉਹਦੇ 'ਚ ਇਹਨੇ ਮਿਲ ਜਾਣਾ। ਪਰ ਹੂੰ ਜਦੋਂ ਵਿੱਚੋਂ ਮਿਲ ਜੂ, ਜੇ ਹਉਮੈ ਅੰਦਰ ਹੈਗੀ ਫੇਰ ਨਹੀਂ ਮਿਲਾਪ ਹੋਣਾ ਹੈ।
ਸੋ ਜਾਪ ਜਪਦਿਆਂ ਗੁਰਸਿੱਖਾਂ ਦੇ ਅੰਦਰੋਂ ਹਉਮੀ ਚੱਕੀ ਜਾਂਦੀ ਹੈ। ਬਾਬਾ ਪੈਦਾ ਸੱਚਖੰਡ। ਬਾਬਾ ਜੀ ਸਾਧ ਸੰਗਤ ਜੀ ਕਿੱਥੇ ਗਏ? ਗੁਰੂ ਨਾਨਕ ਦੇਵ ਸਾਹਿਬ ਜੀ ਸੱਚਖੰਡ ਪਹੁੰਚੇ। ਨੌ ਨਿਧ ਨਾਮ ਗਰੀਬੀ ਪਾਈ। ਉੱਥੋਂ ਕੀ ਪ੍ਰਾਪਤ ਕੀਤਾ ਖਾਲਸਾ ਜੀ? ਨਵਦਾ ਭਗਤੀ, ਨੌ ਗੋਰਖਾਂ ਦਾ ਆਧਾਰ ਰੂਪ ਪਰਮੇਸ਼ਰ ਦਾ ਨਾਮ, ਔਰ ਨਾਲ ਹੀ ਗਰੀਬੀ ਪ੍ਰਾਪਤ ਕੀਤੀ। ਅੱਜ ਆਪਾਂ ਵਰਤਮਾਨ ਸਮੇਂ 'ਚ ਦੇਖੋ, ਇੱਕ ਦੂਜੇ ਨਾਲ ਮਿਲਦੇ ਹਾਂ, ਭਾਵੇਂ ਅੰਦਰ ਹੰਕਾਰ ਹੀ ਹੋਵੇ, ਆਪਾਂ ਕੀ ਕਹਿੰਦੇ? ਮੈਂ ਤਾਂ ਭਾਈ ਸਭ ਦਾ ਦਾਸ ਹਾਂ। ਦੇਖੋ ਆਪਣੇ ਸਾਰਿਆਂ ਦੀ ਰਸਨਾ ਦੇ ਉੱਤੇ ਨਿਮਰਤਾ ਹੈ ਕਿ ਨਹੀਂ? ਇਹ ਦਾਤ ਗੁਰੂ ਨਾਨਕ ਦੇਵ ਜੀ ਬਖਸ਼ੀ ਹੋਈ ਹੈ। ਸੋ ਸਾਧ ਸੰਗਤ ਜੀ, ਜਿਸ ਵੇਲੇ ਗੋਰਖਨਾਥ ਨਾਲ ਚਰਚਾ ਹੋਈ, ਬਾਬੇ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਗੁਰਮੁਖ ਪੰਥ ਅਤੀਤੰ, ਇਹ ਗੁਰਮੁਖਾਂ ਦਾ ਜਿਹੜਾ ਪੰਥ ਹੈ ਬੜਾ ਬਰਕਤ, ਕੋਈ ਨਿਰਲੇਪ ਰਹਿਣ ਵਾਲਾ ਹੈ। ਗੋਰਖਨਾਥ ਕਹਿੰਦਾ ਮੰਗ ਲਓ ਮੇਰੇ ਕੋਲੋਂ ਕੁਛ। ਵੱਡੀ ਉਮਰ ਦਾ ਹੰਕਾਰ ਸੀ। ਸਵੇਰ ਪਰਬਤ ਤੇ ਜਦੋਂ ਗਏ, ਸਿੱਧ ਗੋਸ਼ਟ ਦੁਆਰਾ ਬਚਨ ਹੋਏ। ਮਹਾਰਾਜ ਕਹਿੰਦੇ ਗੋਰਖਨਾਥ ਜੀ, ਜੇ ਮੇਰੇ ਤੇ ਬਹੁਤ ਪ੍ਰਸੰਨ, ਮੈਨੂੰ ਗਰੀਬੀ ਦੇ ਦਿਓ। ਹੁਣ ਗੁਰੂ ਵੀ ਉਹ ਹੰਕਾਰੀ, ਉਹਦੇ ਪੱਲੇ ਕੁੱਖ ਨਾ ਦੇਖਣ ਲੱਗ ਗਿਆ ਬਈ ਗਰੀਬੀ ਤਾਂ ਮੇਰੇ ਕੋਲ ਹੈ ਨਹੀਂ, ਕਿੱਥੋਂ ਦੇਵਾਂ? ਕਦੇ ਕਿਸੇ ਨੇ ਗਰੀਬੀ ਮੰਗੀ ਹੈ ਖਾਲਸਾ ਜੀ? ਮਹਾਰਾਜ ਕਹਿੰਦੇ ਗੋਰਖਨਾਥ ਜੀ, ਮੈਨੂੰ ਗਰੀਬੀ ਦੇ ਦਿਓ। ਫਿਰ ਚੁੱਪ ਕਰ ਗਿਆ। ਸਮਾਧੀ ਲਾ ਕੇ ਪਰਮੇਸ਼ਰ ਵੱਲ ਧਿਆਨ ਤਾਰਿਆ। ਹੇ ਪਰਮੇਸ਼ਰ, ਤੁਸੀਂ ਗੁਰੂ ਨਾਨਕ ਰੂਪ ਹੀ ਅਵਤਾਰ ਧਾਰਿਆ, ਮੇਰੇ ਕੋਲੋਂ ਗਰੀਬੀ ਮੰਗਦੇ, ਮੈਨੂੰ ਗਰੀਬੀ ਦੇ ਦਿਓ, ਮੈਂ ਇਹਨਾਂ ਨੂੰ ਦੇ ਦਿਆਂ। ਆਕਾਸ਼ ਬਾਣੀ ਹੋਈ, ਹੇ ਗੋਰਖਨਾਥ, ਜਿੰਨੀ ਗਰੀਬੀ ਸੀ ਗੁਰੂ ਨਾਨਕ ਦੇਵ ਜੀ ਆਪਣੀਆਂ ਸੰਗਤਾਂ ਨੂੰ ਵੰਡਣ ਵਾਸਤੇ ਲੈ ਗਏ ਮੇਰੇ ਕੋਲੋਂ। ਮੇਰੇ ਕੋਲ ਤਾਂ ਹੈ ਨਹੀਂ, ਗੁਰੂ ਨਾਨਕ ਦੇਵ ਜੀ ਕੋਲੋਂ ਗੋਰਖਨਾਥ ਤੂੰ ਲੈ ਲਾ। ਬੜਾ ਸ਼ਰਮਿੰਦਾ ਹੋਇਆ ਖਾਲਸਾ ਜੀ, ਜਿਹੜਾ ਜੋਗੀਆਂ ਦਾ ਇਹ ਮੁਖੀ ਸੀਗਾ। ਸੋ ਨੌਨ ਦੇ ਨਾਮ ਗਰੀਬੀ ਪਾਈ, ਬੜੀ ਨਿਰਮਾਣਤਾ ਪ੍ਰਾਪਤ ਕੀਤੀ ਸੱਚਖੰਡ ਚੋਂ। ਬਾਬਾ ਦੇਖਿਆ ਧਿਆਨ ਧਰ। ਬਾਬਾ ਗੁਰੂ ਨਾਨਕ ਦੇਵ ਜੀ ਨੇ ਧਿਆਨ ਦਿਵ ਦ੍ਰਿਸ਼ਟੀ ਨਾਲ ਕੀ ਦੇਖਿਆ? ਮਾਤ ਲੋਕ ਦੇ ਕਲਯੁਗੀ ਜੀਵਾਂ ਵੱਲ। ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੀ ਪ੍ਰਿਥਵੀ ਸ੍ਰਿਸ਼ਟੀ ਸੀ ਸੜਦੀ ਈਰਖਾ ਦੇ ਨਾਲ। ਅਗਨੀ ਬਹੁਤ ਤਰ੍ਹਾਂ ਦੀ ਹੈ ਖਾਲਸਾ ਜੀ, ਨਿੰਦਿਆ ਦੀ, ਤ੍ਰਿਸ਼ਨਾ ਦੀ, ਇਹ ਸਾਰੀਆਂ ਈਰਖਾ ਦੀਆਂ, ਇਹ ਸਭ ਅਗਨੀ ਦੀਆਂ ਲਾਟਾਂ ਹਨ ਸਾਧ ਸੰਗਤ ਜੀ। ਨਾਲ ਹੀ ਹਰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ, ਤਰੀਆ ਕਰਮੀ ਡੱਗ। ਚਾਰ ਨਦੀਆਂ ਅੱਗ ਦੀਆਂ ਵਗਦੀਆਂ। ਕਦੇ ਪਾਣੀ ਦੀਆਂ ਨਦੀਆਂ ਤਾਂ ਦੇਖੀਆਂ, ਕਿਤੇ ਅੱਗ ਦੀਆਂ ਨਦੀਆਂ ਵੀ ਕਿਤੇ ਦੇਖੀਆਂ। ਇਹ ਆਪਾਂ ਨੂੰ ਗੁਰਬਾਣੀ ਦੱਸੇਗੀ। ਇਹ ਭਾਈ, ਇਹ ਨਦੀਆਂ ਕਿੱਥੇ ਚੱਲਦੀਆਂ ਨੇ? ਇਹ ਆਪਣੇ ਹਿਰਦੇ 'ਚ ਚੱਲਦੀਆਂ ਖਾਲਸਾ ਜੀ, ਫੂਕ ਕੇ ਰੱਖ ਦੇਣਗੀਆਂ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਹੰਸ ਕਾਮ ਦੀ ਨਦੀ ਹੈ, ਲੋਭ ਦੀ ਹੈ। ਲੋਭ ਲਹਿਰਤ ਨੀਜਰ ਵਾਜੈ, ਕਾਇਆ ਡੂਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗਵੰਦੇ, ਤਾਰ ਲੈ ਬਾਪ ਬੀਠਲਾ। ਪਾਪਾ ਭਗਤਾਂ ਨੇ ਸਾਧ ਸੰਗਤ ਹਾਂ ਮਾਰੀਆਂ, ਮਾਰਾ ਬਚਾ ਲਓ ਮੈਨੂੰ। ਕ੍ਰੋਧ ਦੀ ਨਦੀ ਵਗਦੀ ਹੈ, ਸਾੜ ਕੇ ਰੱਖ ਦਿੰਦੀ ਹੈ। ਇਹ ਜਿਹੜੀਆਂ ਨਦੀਆਂ ਨੇ, ਇਹਨਾਂ ਤੋਂ ਠੰਡ ਕੌਣ ਪਾਵੇ? ਗੁਰੂ ਨਾਨਕ ਦੇਵ ਜੀ ਬਿਨਾਂ। ਬਾਬਾ ਦੇਖਿਆ ਧਿਆਨ ਧਰ। ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਦਿਵ ਦ੍ਰਿਸ਼ਟੀ ਨਾਲ ਤੱਕਿਆ। ਇਹ ਕਲਯੁਗੀ ਜੀਵ ਇਹਨਾਂ ਅਗਨੀ ਦੀਆਂ ਸੜੀਆਂ ਨਦੀਆਂ ਦੇ ਵਿੱਚ ਸੜ ਰਹੇ ਹਨ। ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੇ ਸਾਧ ਸੰਗਤ ਜੀ ਜਲਦੇ ਹੀ ਦਿਸੇ, ਕੋਈ ਸੁਖੀ ਨਾ ਦੇਖਿਆ। ਬਾਜੋ ਗੁਰੂ ਗੁਬਾਰ ਹੈ। ਕੀ ਦੇਖਿਆ? ਗੁਰੂ ਤੋਂ ਬਿਨਾਂ ਭਾਈ ਹਨੇਰਾ ਹੀ ਹੈ। ਤਦੇ ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਾ ਕੇ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛੁਪੇ ਅੰਧੇਰ ਪਲੋਆ। ਕਹਿੰਦੇ ਕਿ ਨਹੀਂ ਉਪਮਾ ਦਿੰਦੇ? ਸੋ ਸਾਰੇ ਹਨੇਰ ਛਾ ਗਿਆ। ਹੈ ਕਰਦੀ ਸੁਣੀ ਲੁਕਾਈ। ਸਾਰੇ ਲੋਕ ਹੈ ਬੜੇ ਦੁੱਖ ਨਾਲ ਬਰਦਾਪ ਕਰਦੇ ਦੇਖੇ। ਬਾਬੇ ਭੇਖ ਬਣਾਇਆ। ਉਸ ਬਾਬਾ ਗੁਰੂ ਨਾਨਕ ਦੇਵ ਜੀ ਨੇ ਕੀ ਭੇਖ ਧਾਰਿਆ? ਗੁਰਸਿੱਖੋ, ਮੋਦੀ ਖਾਨਾ ਛੱਡਿਆ। ਆਪਣੇ ਪਰਿਵਾਰ ਨੂੰ, ਮਾਤਾ ਸੁਲੱਖਣੀ ਨੂੰ, ਦੋਨਾਂ ਸਾਹਿਬਜ਼ਾਦਿਆਂ ਨੂੰ ਪਿੱਠ ਦਿੱਤੀ। ਬਰਕਤ ਹੋ ਕੇ ਸਾਧ ਸੰਗਤ ਜੀ ਸੁਲਤਾਨਪੁਰ ਦੇ ਬਸਾਨ ਭੂਮਿਕਾ ਜਾ ਕੇ ਆਸਣ ਲਾ ਦਿੱਤੇ। ਬਾਬੇ ਭੇਖ ਬਣਾਇਆ। ਕਿਹੜਾ ਭੇਖ ਬਣਾਇਆ ਬਈ? ਪਹਿਲਾਂ ਇਹ ਵੀ ਦੇਖ ਲਓ। ਉਦਾਸੀ ਕੀ ਰੀਤ ਚਲਾਈ। ਆ ਸੁਣ ਲਓ ਖਾਲਸਾ ਜੀ, ਪਹਿਲਾ ਸਾਡਾ ਧਰਮ ਉਦਾਸੀ ਹੈ। ਆਪਣੇ ਭਾਰਤ ਵਰਸ਼ ਵਿੱਚ ਪਹਿਲਾ ਧਰਮ ਸੰਨਿਆਸੀਆਂ ਦਾ ਹੈ। ਉਹ ਸ਼ਿਵ ਜੀ ਦੇ ਉਪਾਸ਼ਕ ਹਨ, ਦੱਤਾਤਰੇय ਤੋਂ ਪ੍ਰਚਲਿਤ।
ਦੂਜਾ ਧਰਮ ਬਰਾਗੀਆਂ ਦਾ ਹੈ, ਉਹ ਵਿਸ਼ਨੂੰ ਦੇ ਉਪਾਸ਼ਕ ਹਨ। ਖਾਲਸਾ ਅਕਾਲ ਪੁਰਖ ਦਾ ਉਪਾਸ਼ਕ ਹੈ ਖਾਲਸਾ ਜੀ। ਆਪਾਂ ਉਦਾਸੀ ਸੰਗਿਆ ਹੈ ਸਾਡੀ, ਗੁਰਬਚਨੀ ਬਾਹਰ ਕਰ ਏਕੋ, ਨਾਨਕ ਭਇਆ ਉਦਾਸੀ। ਇਹ ਗੁਰਬਾਣੀ ਦੀ ਗਵਾਹੀ। ਆਪ ਉਪਰਾਮ ਹੋ ਕੇ ਖਾਲਸਾ ਜੀ ਦਰਖਤਾਂ ਵਾਲੇ ਸਰੂਪ ਨੂੰ ਧਾਰ ਕੇ ਸਾਰੇ ਖੰਡਾ ਬ੍ਰਹਮੰਡਾਂ 'ਚ ਵਿਚਰਨਾ ਕੀਤਾ। ਚੜਿਆ ਸੋਧਣ ਧਰ ਤੁਲਕਾਈ। ਚੜਿਆ ਕਾਹਦੇ ਵਾਸਤੇ ਸਾਧ ਸੰਗਤ ਜੀ? ਧਰਤੀ ਦੇ ਉੱਤੇ ਇਹਨਾਂ ਲੋਕਾਂ ਨੂੰ ਭਾਵ ਭਗਤੀ ਵਿੱਚ ਲਾਉਣ ਵਾਸਤੇ ਸਕਮਰ ਕਸੇ ਕੀਤੇ। ਚੜਿਆ ਸੋਧਣ ਧਰ ਤੁਲਕਾਈ। ਐ ਖਾਲਸਾ ਜੀ ਆਪ ਜੀ ਨੇ ਪਰਉਪਕਾਰ ਕੀਤਾ ਬੜਾ ਭਾਰੀ। ਉਸ ਤੋਂ ਬਾਅਦ ਨਾਲ ਹੀ ਸਮਾਪਤੀ ਨਹੀਂ ਕੀਤੀ ਹੈ। ਦੁਨੀਆ 'ਤੇ ਹੋਰ ਵੀ ਅਵਤਾਰ ਹਨ। ਸਾਡਾ ਸਿਧਾਂਤ ਅਦਵੈਤ ਹੈ। ਰਾਮਚੰਦਰ ਜੀ ਅਵਤਾਰ ਹਨ, ਕ੍ਰਿਸ਼ਨ ਜੀ ਅਵਤਾਰ ਹਨ ਉਹਨਾਂ ਯੁੱਗਾਂ ਦੇ। ਉਹਨਾਂ ਨਾਲੋਂ ਗੁਰੂ ਨਾਨਕ ਦੇਵ ਜੀ ਦਾ ਕੋਈ ਅੰਤਰਾ ਹੈ ਭਾਈ? ਪੰਜ ਚੀਜ਼ਾਂ ਕਰਕੇ ਸਤਸੰਗ ਜੀ ਪਰਖਿਆ ਜਾਂਦਾ ਹੈ। ਸ਼ਕਤੀ, ਵਿਅਕਤੀ, ਆਯੂ ਤੇ ਕਰਤੱਵ ਤੇ ਬੁੱਧੀ। ਇਹ ਪੰਜਾਂ ਨਿਯਮਾਂ ਕਰਕੇ ਮੁਕਾਬਲਾ ਕਰੀਦਾ ਕੌਣ ਵੱਡਾ ਹੈ ਕੌਣ ਅੱਛਾ। ਸ਼ਕਤੀ ਜਿੰਨੀ ਉਹਨਾਂ ਸ਼ਕਤੀ ਸਾਧ ਸੰਗਤ ਜੀ ਉਹ ਸੀਗੇ ਰਾਮਚੰਦਰ ਜੀ 14 ਕਰਨਾ ਸੰਪੂਰਨ ਸੀ, ਕ੍ਰਿਸ਼ਨ ਜੀ 16। ਇੱਧਰ ਅੰਤ ਕਲਾ ਹੋਏ ਠਾਕਰ ਚੜਿਆ, 16 ਕਰਨਾ ਸੰਪੂਰਨ ਫਰਿਆ, ਅੰਤ ਕਲਾ ਹੋਏ ਠਾਕਰ ਚੜਿਆ। ਉਹ 16 ਕਰਨਾ ਸੀ ਕ੍ਰਿਸ਼ਨ ਤੇ ਕਲਯੁਗ ਦੇ ਅੰਦਰ ਬੇਅੰਤ ਸ਼ਕਤੀਆਂ ਦੇ ਮਾਲਕ ਸਾਵਧਾਨ ਹੋ ਕੇ ਕੌਣ ਪ੍ਰਗਟ ਹੋਏ? ਗੁਰੂ ਨਾਨਕ ਦੇਵ ਸਾਹਿਬ ਜੀ। ਸ਼ਕਤੀ ਕਰਕੇ ਵੀ ਮਾਤ ਵੱਡੇ, ਵਿਅਕਤੀ ਉਹਨਾਂ ਦੇ ਦਾੜੀ ਦੂੜੀ ਕੋਈ ਨਹੀਂ ਆਈ ਖਾਲਸਾ ਜੀ। ਭਗਤਾਂ ਦੇ ਧਿਆਨ ਧਾਰਨ ਵਾਸਤੇ ਸਾਬਤ ਸੂਰਤ ਸਿੱਧਾ ਦਾੜਾ ਇਹੋ ਜਿਹਾ ਮਹਾਰਾਜ ਸਰੂਪ ਹੈ। ਵਿਅਕਤੀ ਸਰੀਰ ਕਰਕੇ ਵੀ ਉਹਨਾਂ ਨਾਲੋਂ ਵੱਡੇ ਮਹਾਰਾਜ। ਸ਼ਕਤੀ, ਵਿਅਕਤੀ, ਆਜੂ ਉਮਰ ਥੋੜੀ ਪਰਉਪਕਾਰ ਜ਼ਿਆਦੇ। ਉਹਨੇ ਰਾਮਚੰਦਰ ਨੇ ਤਾਂ ਕੇਵਲ ਸੀਤਾ ਹੀ ਛਡਾਈ ਵਿਚਾਰੇ ਨੇ, ਥੋੜਾ ਹੀ ਸਾਧ ਸੰਗਤ ਜੀ। ਇਸੇ ਤਰ੍ਹਾਂ ਕ੍ਰਿਸ਼ਨ ਜੀ ਨੇ ਗੋਪੀਆਂ ਨਾਲ ਹੀ ਕਲੋਲ ਕੀਤੇ ਸਾਧ ਸੰਗਤ ਜੀ। ਅਖੀਰ ਤੇ ਉਮਰ ਹੁੰਦੀ ਬਹੁਤ ਸਾਰੀ ਹਜ਼ਾਰਾਂ ਸਾਲਾਂ ਦੀ। ਮਹਾਰਾਜ ਦੀ ਸਾਧ ਸੰਗਤ ਜੀ 70 ਸਾਲ ਹੀ, ਲੇਕਿਨ ਪਰਉਪਕਾਰ ਥਾਂ ਥਾਂ 'ਤੇ ਗੁਰਸਿੱਖੀ ਪ੍ਰਗਟ ਕਰ ਦਿੱਤੀ। ਨਵਾਂ ਖੰਡਾਂ ਦੇ ਅੰਦਰ ਕਿੱਥੇ ਸਾਧ ਸੰਗਤ ਜੀ ਮੱਕੇ ਆਦਿਕ ਦੀਆਂ ਧਰਤੀਆਂ ਹਨ, ਮੁਸਲਮਾਨਾਂ ਨੂੰ ਸਾਧ ਸੰਗਤ ਜੀ ਉਪਦੇਸ਼ ਦਿੱਤਾ। ਜਾਹਰ ਪੀਰ ਜਗਤ ਗੁਰ ਬਾਬਾ ਕਿੱਥੇ ਪੂਰਬ ਦੇ ਦੇਸ਼, ਕੱਲਰਖੀਆਂ ਬਣਜਾਰੀਆਂ ਝੁੰਗੇ ਮੁਸ਼ਕ ਮੰਗੇਨ, ਅਮਲਾ ਬਾਝੋਂ ਨਾਨਕਾ ਕਿਉਂ ਕਰ ਕੰਤਮ ਲੈਨ। ਜਿਸ ਵੇਲੇ ਰਾਜੇ ਸ਼ਿਵਨਾਭ ਕੋਲੇ ਗਏ ਨੇ ਪਰਖਣ ਵਾਸਤੇ ਸਾਧ ਸੰਗਤ ਜੀ, ਉਹ ਪੱਛਰਾਂ ਭੇਜੀਆਂ। ਮਹਾਰਾਜ ਕਹਿੰਦੇ ਗਾਛੋ ਪੁੱਤਰੀ ਰਾਜਕੁਆਰ, ਇਹ ਸਾਡੀ ਉਹ ਪੁੱਤਰੀਓ ਰਾਜਕੁਆਰੀਓ, ਗਾਛੋ ਜਾਓ ਜਾ ਕੇ ਨਾਮ ਭਣੋ ਸੱਚ ਦੌਲਤ ਸਵਾਰ। ਨਾਮ ਜਪਿਆ ਕਰੋ ਤੜਕੇ ਉੱਠ ਕਰਕੇ। ਉਹ ਆਈਆਂ ਵਿਸ਼ੇ ਦ੍ਰਿਸ਼ਟੀ ਨਾਲ, ਲੇਕਿਨ ਧੰਨ ਗੁਰੂ ਨਾਨਕ ਦੇਵ ਜੀ ਇਉਂ ਨਹੀਂ ਕਿਹਾ। ਜਿਸ ਵੇਲੇ ਵਿਆਹੁਣ ਗਿਆ ਸੀਤਾ ਨੂੰ ਰਾਮਚੰਦਰ, ਸਾਰੀਆਂ ਸਖੀਆਂ ਸਹੇਲੀਆਂ ਬਹੁਤ ਹੋ ਗਈਆਂ। ਰਾਮਚੰਦਰ ਕਹਿੰਦਾ ਕੋਈ ਨਹੀਂ, ਦੁਆਪੇ 'ਚ ਕ੍ਰਿਸ਼ਨ ਨੂੰ ਹੋ ਕੇ ਸਾਰੀਆਂ ਨੂੰ ਮੈਂ ਵਰੂੰਗਾ, ਲੇਕਿਨ ਮਹਾਰਾਜ ਨੇ ਉਹ ਤਾਂ ਨਹੀਂ ਕਿਹਾ ਵਰੂੰਗਾ। ਉਹਨਾਂ ਅਵਤਾਰਾਂ ਨਾਲੋਂ ਐਡਾ ਵੱਡਾ ਉਜਰ ਮਹਾਰਾਜ ਜੀ ਦਾ ਸਾਧ ਸੰਗਤ ਜੀ ਹਿਰਦੇ 'ਚ ਹਿਰਦਾ ਹੈ। ਸੋ ਉਸ ਵੇਲੇ ਗਾਛੋ ਪੁੱਤਰੀ ਰਾਜਕੁਆਰ, ਇਹ ਸਾਡੀ ਉਹ ਪੁੱਤਰੀ ਰਾਜਕੁਆਰ ਜਾਓ। ਕਹਿੰਦੀਆਂ ਜੀ ਸਾਡੇ ਤੇ ਮੋਹਤ ਨਹੀਂ ਹੁੰਦੇ ਤੁਸੀਂ। ਮਹਾਰਾਜ ਕਹਿੰਦੇ ਮੋਹਨ ਮੋਹ ਲਿਆ ਮਨ ਮੋਹੇ, ਗੁਰ ਕਾ ਸ਼ਬਦ ਪਛਾਨਾ ਤੋਏ। ਮੋਹਨ ਵਾਹਿਗੁਰੂ ਨੇ ਸਾਨੂੰ ਮੋਹਤ ਕਰ ਲਿਆ, ਤੁਹਾਡੇ ਤੇ ਕਿਵੇਂ ਹੋ ਜਾਈਏ ਅਸੀਂ। ਮੋਹਨ ਮੋਹ ਲਿਆ ਗੁਰ ਮਨ ਮੋਹੇ, ਗੁਰ ਕਾ ਸ਼ਬਦ ਪਛਾਨ। ਗੁਰੂ ਅਕਾਲ ਪੁਰਖ ਅੰਤਰਜਾਮੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਹੈ। ਵਾਹਿਗੁਰੂ ਦੇ ਉਪਦੇਸ਼ ਕਰਕੇ ਤੁਹਾਨੂੰ ਅਸੀਂ ਪਛਾਣ ਲਿਆ ਹੈ। ਐਸੀ ਬਿਰਤੀ ਖਾਲਸਾ ਜੀ ਜਿਹਦੇ ਗੁਰੂ ਦੀ ਹੈ, ਉਹਦੇ ਸਿੱਖਾਂ ਦੀ ਵੀ ਇਹੀ ਜਿਹੀ ਬਿਰਤੀ ਹੋਇਆ ਕਰਦੀ ਹੈ। ਇਹ ਅਵਸਥਾ ਭਾਈ ਆਪਣੀ ਚਾਹੀਦੀ ਹੈ। ਜਿਹਨੇ ਨਹੀਂ ਹੋਈ, ਦੇਖ ਪੁਰਾਣੀਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਹਨਾਂ ਆਪਣੇ ਅੰਦਰ ਸਤਸੰਗ ਜੀ ਘਾਟ ਹੈ। ਬੇਨਤੀਆਂ ਕਰੀਏ ਮਹਾਰਾਜ ਜਿਹੀ ਜਿਹੀ ਬਿਰਤੀ ਉਜਰ ਹੋਵੇ, ਉਹ ਤੁਸੀਂ ਤੁਹਾਡੇ ਆਸਰੇ ਹੀ ਮਹਾਰਾਜ ਜੀ ਸੀ ਹੈ। ਸੋ ਆਪ ਜੀ ਦੱਸਦੇ ਆ। ਹਾਂਜੀ फतेह शब्द हो गया। हाँ जी। सो खालसा जी गुरु नानक की बात में बात बात में बात, ज्यों केले के पात में पात पात में पात।
ਕੇਲੇ ਦੇ ਪੱਤਿਆਂ 'ਚੋਂ ਪੱਤਾ ਨਿਕਲਦਾ ਤੁਰਿਆ ਜਾਂਦਾ ਹੈ। ਗੁਰੂ ਨਾਨਕ ਦੇਵ ਦੀਆਂ ਜਿਹੜੀਆਂ ਬਾਤਾਂ ਅੰਮ੍ਰਿਤਮਈ ਬਾਣੀ ਹੈ, ਨਾ ਇਤੀ ਕਾਰਨਾ ਨਾ ਇਤੀ ਕਾਰਜ, ਹਮੇਸ਼ਾ ਵਾਸਤੇ ਸਤ ਸੰਗਤ ਜੀ ਆਪਣੀ ਆਯੂ ਸਮਾਪਤ ਹੋ ਜਾਏਗੀ, ਆਪਾਂ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ, ਲੇਕਿਨ ਆਹ ਉਪਦੇਸ਼ ਸਤ ਸੰਗਤ ਜੀ ਅਚਲ ਰਹੇਗਾ। ਬੇਨਤੀਆਂ ਕਰੀਏ, ਹੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ, ਜਿੱਥੇ ਸਾਨੂੰ ਮਾਨਸ ਰਹੀ ਦਿੱਤੀ ਹੈ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆ। ਜਿੱਥੇ ਜਿੱਥੇ ਘਰਾਂ 'ਚ ਆਪਾਂ ਜਨਮ ਲਿਆ ਹੈ, ਉੱਥੇ ਕੀ ਸਾਰੇ ਇੱਕੋ ਜਿਹੇ ਖਿਆਲਾਂ ਵਾਲੇ ਨੇ? ਮਾਂ ਬਾਪ ਤਾਂ ਬੱਚਿਆਂ ਨੂੰ ਇੱਕੋ ਜਿਹਾ ਹੀ ਪਾਲਦੇ ਨੇ, ਕੋਈ ਫਰਕ ਨਹੀਂ। ਇੱਕ ਗੁਰੂ ਘਰ ਮੱਥਾ ਨਹੀਂ ਟੇਕਣਾ ਚਾਹੁੰਦਾ, ਇੱਕ ਰੋਜ਼ ਆਉਂਦਾ ਹੈ। ਇਹ ਕਾਰਨ ਕੀ ਹੈ? ਉਹਦੇ ਕੋਲੇ ਵਿਚਾਲੇ ਕੋਈ ਪ੍ਰੇਮ ਹੈ ਨਹੀਂ ਹੈ। ਪਹਿਲਾ ਪਦਾਰਥ ਮਾਨਸ ਰਹੀ ਹੈ, ਦੂਜਾ ਪਦਾਰਥ ਪ੍ਰੇਮ ਹੈ। ਜੇ ਪ੍ਰੇਮ ਨਹੀਂ ਤਾਂ ਆਪਾਂ ਇੱਥੇ ਕਿੱਥੇ ਆ ਜਾਵਾਂਗੇ ਖਾਲਸਾ ਜੀ? ਪ੍ਰੇਮ ਦੁਕਾਨ ਤੋਂ ਤਾਂ ਵਿਕਦਾ ਨਹੀਂ। ਸਮਨ ਜਿਉ ਪ੍ਰੇਮ ਕੀ ਦਮ ਕਿਉ ਹੋਤੀ ਸਾਠ, ਰਾਵਣ ਹੋਤੇ ਸੁਰਾਂਕ ਨਾ ਜਿਨ ਸਰ ਜੀਨੇ ਕਾਟ। ਬੜਾ ਸਿਰ ਕੱਟ ਕੱਟ ਕੇ ਦਿੰਦਾ ਰਿਹਾ। ਪ੍ਰੇਮ ਸਿਰ ਤੋਂ ਪਰੇ ਹੈ ਖਾਲਸਾ ਜੀ। ਸੋ ਪ੍ਰੇਮ ਪਦਾਰਥ ਹੈ, ਜੇ ਆਪਾਂ ਸਾਰੇ ਆਪਾਂ ਹਿਰਦਿਆਂ 'ਚ ਲਈ ਬੈਠੇ ਆ ਕਿ ਨਹੀਂ? ਉਹ ਪ੍ਰੇਮ ਦੇ ਬੱਧੇ ਹੀ ਇੱਥੇ ਬੈਠੇ ਆ ਖਾਲਸਾ ਜੀ। ਸਰ ਪ੍ਰੇਮ ਜੇ ਕੀ ਦੇਵੇਗਾ ਮਹਾਰਾਜ ਆਪਾਂ ਨੂੰ ਫਿਰ ਤੀਜੇ ਨੰਬਰ 'ਤੇ ਨਾਮ ਬਖਸ਼ਿਸ਼ ਕਰਨਗੇ। ਜਿਸ ਵੇਲੇ ਨਾਮ ਸਤ ਸੰਗਤ ਜੀ ਤੁਹਾਡੇ ਹਿਰਦੇ 'ਚ ਆ ਗਿਆ, ਉਸ ਤੋਂ ਬਾਅਦ ਮਹਾਰਾਜ ਗਿਆਨ ਬਖਸ਼ ਦੇਣਗੇ। ਰਿਤੇ ਗਿਆਨਾ ਨਾ ਮੋਕਸ਼, ਗਿਆਨ ਤੋਂ ਬਿਨਾਂ ਕਿਤੇ ਛੁਟਕਾਰਾ ਨਹੀਂ ਹੈ। ਗੁਰੂ ਕਿਹੜਾ ਗਿਆਨ ਦੇਣਗੇ ਬਈ? ਗਿਆਨ ਦੇ ਵੀ ਹੈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰੂ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨ, ਮਿਟੇ ਭਰਮ ਕੀ ਕਾਈ। ਇਹ ਹੈ ਗਿਆਨ। ਤੋ ਸਤ ਸੰਗਤ ਜੀ ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ ਵਾਹ ਨਿਰਗੁਣ ਆਪ ਸਰਗੁਣ ਪੀ ਉਹੀ, ਕੱਲਾ ਧਾਰ ਜਨ ਸਗਲੀ ਮੋਹੀ। ਖਾਲਸਾ ਜੀ ਜੇ ਕੋਈ ਫੁੱਟ ਦਾ ਧਿਆਨ ਧਰਦਾ, ਸਰਗੁਣ ਦੀ ਉਪਾਸਨਾ ਕਰਦਾ ਹੈ। ਕਦੇ ਲੜਨਾ ਨਹੀਂ ਕਿਸੇ ਦੇ ਨਾਲ, ਉਹਦੀ ਵਿਚਾਰੇ ਦੀ ਪਹੁੰਚ ਉੱਥੇ ਤੱਕ ਹੀ ਹੈ। ਜੇ ਕੋਈ ਨਿਰਗੁਣ ਦਾ ਉਪਾਸਕ ਹੈ ਤੇ ਕਰਦਾ ਨਿਰਗੁਣ ਦੀ ਉਪਾਸਨਾ, ਪਹੁੰਚ ਹੈ ਨਹੀਂ, ਫਿਰ ਕੀ ਖੱਟਿਆ ਉਸ ਨੇ? ਇਸ ਕਰਕੇ ਜਿਹਦਾ ਕੋਈ ਰੰਗ ਰੂਪ ਨਹੀਂ, ਉਹਨੂੰ ਕਿਵੇਂ ਧਿਆਓਗੇ ਖਾਲਸਾ ਜੀ? ਵਾਹਿਗੁਰੂ ਦਾ ਰੰਗ ਰੂਪ ਨਹੀਂ ਹੈ, ਉਹ ਸਤ ਚੇਤਨ ਆਨੰਦ ਸਰੂਪ ਹੈ। ਤਿੰਨਾਂ ਕਾਲਾਂ ਸਤ ਸਰੂਪ ਹੋਵੇ ਔਰ ਸਦਾ ਮਰਨ ਤੋਂ ਰਹਿਤ। ਸਤ ਸਤ ਹੈ ਸਤ ਹੀ, ਨਾਮ ਰੂਪ ਸਭ ਹਾਨ। ਐਸੋ ਜੋ ਵਿਚਾਰ ਹੈ ਤਾਹੇ ਵਿਵੇਕ ਪਛਾਨ। ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ। ਆ ਜਿੰਨੇ ਗੁਰਮੁਖ ਨੇ ਇਹ ਵਿਵੇਕੀ ਹਨ ਖਾਲਸਾ ਜੀ। ਬਿਵਨੋ ਦੋ ਦਾ ਹੁੰਦਾ, ਦੋ ਤੋਂ ਇੱਕ ਕਰਨ ਵਾਲੀ ਜਿਹੜੀ ਸਿੱਖਿਆ ਜਿੱਥੇ ਮਿਲਦੀ ਹੈ ਨਾ, ਉਹ ਗੁਰਮੁਖ ਵਿਵੇਕੀ ਹਨ ਖਾਲਸਾ ਜੀ। ਸੋ ਪ੍ਰੇਮੀਓ, ਇਹੋ ਜਿਹਾ ਭੰਡਾਰਾ ਅਮੋਲਕ ਗੁਰਸਿੱਖੋ ਨਹੀਂ ਲੱਭੇਗਾ, ਨਹੀਂ ਲੱਭੇਗਾ। ਮਹਾਰਾਜ ਕਿਰਪਾ ਕਰੇ ਆਪਾਂ ਤੇ। ਸਤਿਗੁਰੂ ਜੀ ਆਪਾਂ ਤਾਂ ਪਤੰਤਰ ਅਧੀਨ ਹਾਂ। ਰੋਜ਼ ਅਰਦਾਸਾ ਕਰੋ, ਹੇ ਗੁਰੂ ਨਾਨਕ ਦੇਵ ਜੀ ਆਪ ਜੀ ਨੇ ਸਾਡੇ ਭਲੇ ਵਾਸਤੇ ਅਵਤਾਰ ਧਾਰਿਆ ਹੈ। ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰੋ। ਆ ਜਿਹੜਾ ਅੰਮ੍ਰਿਤਮਈ ਨਾਮ ਦਾ ਖਜ਼ਾਨਾ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦਾ ਜਗ ਬਉਰਾਨ। ਐਸੀ ਅੰਮ੍ਰਿਤਮਈ ਬਾਣੀ ਖਾਲਸਾ ਜੀ ਹਿਰਦੇ 'ਚ ਆਪਣੇ ਵਸ ਜਾਵੇ, ਆਪਣਾ ਜਨਮ ਸਫਲਾ ਹੋ ਜਾਵੇਗਾ। ਉਪਦੇਸ਼ ਕਿਸ ਨੂੰ ਕਹਿੰਦੇ ਹੈ? ਉਪਨਾ ਹੁੰਦਾ ਸਮੀਪ ਦਾ। ਆਪਣੇ ਦੇਸ਼ ਦੇ ਕੋਲ ਜਾਣ ਦੀ ਜਿਹੜੀ ਸਿੱਖਿਆ, ਉਹਨੂੰ ਉਪਦੇਸ਼ ਕਹਿੰਦੇ ਹੈ। ਉਪਦਾ ਅਰਥ ਹੈ ਸਮੀਪ। ਦੇਸ਼ ਆਪਣਾ ਦੇਸ਼ ਪਤਾ ਕਿਹੜਾ ਹੈ? ਇੱਥੇ ਵੀ ਭਾਵੇਂ ਤੁਸੀਂ ਕਹਿੰਦੇ ਹੋ ਸਾਡਾ ਦੇਸ਼ ਤਾਂ ਭਾਰਤ ਹੈ ਜੀ, ਲੇਕਿਨ ਥਾਨ ਵੀ ਹੁਣ ਫਿਰ ਉੱਠਦਾ। ਸੋ ਖਾਲਸਾ ਜੀ ਮਨ ਪਰਦੇਸੀ ਜੇ ਥੀ ਹੈ, ਸਭ ਦੇਸ਼ ਪਰ ਆਇਆ। ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ। ਦੁੱਖਾਂ ਦੀਆਂ ਪੰਡਾਂ ਸਭ ਚੱਕੀ ਫਿਰਦੇ ਹਾਂ। ਕਿਉਂ? ਅਸੀਂ ਪਰਦੇਸੀ ਹਾਂ। ਸਾਡਾ ਦੇਸ਼ ਪਿਤਾ ਦਾ ਦੇਸ਼ ਹੋਵੇ ਜਿਹੜਾ, ਉਹ ਬੱਚੇ ਦਾ ਦੇਸ਼ ਹੁੰਦਾ ਹੈ। ਗੁਰੂ ਦਾ ਦੇਸ਼ ਸੱਚਖੰਡ ਹੈ। ਆਪਣਾ ਵੀ ਭਾਈ ਸੱਚਖੰਡ ਦੇਸ਼ ਹੈ ਗੁਰਸਿੱਖੋ। ਨਾ ਸਭ ਸ਼ਕਤੀ ਜਲ ਨਹੀਂ ਪਵਨਾ, ਤਾ ਕਾਰ ਨਹੀਂ ਮੇਦਨੀ। ਸਤਿਗੁਰ ਜੋ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਆਗਮ ਧਨੀ। ਇਹੋ ਜਿਹੇ ਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੈ। ਉੱਥੇ ਖਾਲਸਾ ਜੀ ਮਹਾਰਾਜ ਬੁਲਾਉਂਦੇ ਹਨ। ਸੱਚੇ ਪਾਤਸ਼ਾਹ ਪੌੜੀਆਂ ਲਾਉਂਦੇ ਨੇ। ਮਨ ਮੇਰੇ ਆ ਬਿਨ ਪੌੜੀਆਂ ਕਿਉਂ ਮੰਦਰ ਕਿਉਂ ਚੜ੍ਹੇ ਰਾਮ।
पौड़ी तो बिना मंदिर से नहीं सचखंड से चढ़िया जाना। आ इत्थे बैठ वो पौड़ी लगी हुई कित्थे है? आ संगत च लगी हुई है खालसा जी। कीर्तन हुंदा फिर भी शब्द बिरती टकाओ, कथा हुंदी है तां, पाठ हुंदा तां गुरु का सिख साथ संगत जी वो पौड़ियां सहजे सहजे चढ़दा, फिर जूना च नहीं तुरिया फिरदा। ਇਹੋ ਜਿਹਾ ਅਮੋਲਕ ਖਜ਼ਾਨਾ ਇਹ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਹੈ ਖਾਲਸਾ ਜੀ। ਪਤਾ ਨਹੀਂ ਟਾਈਮ ਕਿੰਨਾ ਤਾਂ ਮੈਨੂੰ ਤਾਂ ਪਤਾ ਦਾ ਨਹੀਂ ਹੈ। ਖਿਮਾ ਕਰਨੀ, ਮੈਂ ਇੱਥੇ ਹੀ ਵਿਸਰਾਮ ਦਿੰਦਾ ਹਾਂ। ਭੁੱਲਾਂ ਚੁੱਕਾਂ ਮਾਫ ਕਰਨੀਆਂ ਸਾਧ ਸੰਗਤ ਜੀ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਬਸੋਆ। ਬਾਬੇ ਤਾਰੇ ਚਾਰ ਚੱਕ, 9 ਖੰਡ ਪਿਰਸਵੀਂ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਹੋ ਜਿਹੇ ਗੁਰੂ ਮੁਖੀ ਸਾਧ ਸੰਗਤ ਕਲਯੁਗ ਵਿੱਚ ਪ੍ਰਗਟ ਹੋਏ ਆ ਖਾਲਸਾ ਜੀ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਇੱਥੇ ਹੀ ਵਿਸਰਾਮ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। हे गोविंद हे गोपाल हे दयाल लाल। प्राणनाथ अनाथ सखे दीन दर्द निवार। हे सम्राट अगम पूरन मोहे माया तार। अंधकूप महाभयान नानक पारे उतार। हे अच्युत हे पार ब्रह्म अविनाशी अगनाश। हे पूरन हे सर्वमय दुख भंजन गुणदास। हे संगी हे निरंकार हे निर्गुण सब टेक। हे गोविंद हे गुणधान जाकै सदा विवेक। हे अपर अपर हर हरे है प्रिय होवनहार। हे संतां कै सदा संग निधारा आधार। हे ठाकुर हूँ दासरो मैं निर्गुण गुण नहीं कोय। नानक दीजै नाम दान राखो हिय परोय। आए प्रभु शरणागति कृपा नित दयाल। एक अखर हर मन बसत नानक होत निहाल। वाहिगुरु नाम जहाज है चढ़े सोतरे पार। जो सरदा कर सेव दे गुर पार उतारनार। वाहिगुरु जी का खालसा वाहिगुरू जी की फतेह। ਗੱਜ ਕੇ ਜਕਾਰੇ ਕੇ ਜਾਵੇ ਨਿਹਾਲ ਹੋ ਜਾਵੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੁਰੂਵਰੇ ਅਕਾਲ ਦੇਖ ਦੇਖ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ